अस्सलाम वालेकुम जी, आप देख रहे हैं मुजरिम कौन और मैं शोएब अल्ताफ़ हूँ। नाज़रीन किराम, फैसलाबाद में एक सरकटी लाश का मिलना पूरे फैसलाबाद को हिला गया। थाना फैक्ट्री एरिया का रिहायशी जावेद थाना साहियावाला के इलाके में कत्ल होता है और उसकी सरबुरीदा लाश थाना साहियावाला में मिलती है। थाना चक झुमरा के इलाके में उसका सर पाया जाता है, जबकि उसके ज़ेरे इस्तेमाल मोटरसाइकिल थाना डी टाइप के इलाके में मिलती है। जावेद को क्यों और किसने कत्ल किया, पुलिस मुल्ज़िमान तक कैसे पहुंची और ये केस कैसे क्रैक हुआ, ये सब दिखाएंगे हम आपको आज के मुजरिम कौन में। नाज़रीन इकराम, टीम मुजरिम कौन थाना फैक्ट्री एरिया के इलाके में मौजूद है और बात हो रही है उस बेईमाना कत्ल की जिसमें डेड बॉडी के तन से सर को जुदा कर दिया गया। मेरे साथ मुद्दई मुकदमा मुतासरा ख़ानदान के अफराद मौजूद हैं, मकतूल के भाई हैं। उनसे तफसीलात जानते हैं कि आखिर ऐसा क्या हुआ कि एक शख्स अपनी जान से गया और इतना ब्रूटल मर्डर हुआ। कोशिश करते हैं परत दर परत आज इस कॉम्प्लिकेटेड केस को अनफोल्ड करें। अस्सलाम वालेकुम भाईजान, अपना नाम दस्सिओ जी। मेरा नाम अज़हर इकबाल। अज़हर भाई, तुसीं मकतूल दे भाई हो, तुहाडे तो बड़े सी कि छोटे? मैं तो बड़े भाई से मेरे। की होया वाकया की होया और किस तरह तुहानूं इस सारे वाक़े दी फिर इतला किद्दां होई? तकरीबन 9 तरीक जुमेरात दी शब बड़े भाई जावेद इकबाल मेरे ना ਜਿਹੜੇ कतल होए ने, ਉਹ ਘਰੋਂ ਨਿਕਲੇ ਵਾਲਦਾ ਸਾਹਿਬਾਂ ਨੂੰ ਮਿਲ ਕੇ ਤੇ ਆਪਣਾ ਕਹਿੰਦੇ ਕਿ ਮੈਂ ਆਪਣੇ ਦੋਸਤ ਅਰਸ਼ਾਦ ਨਾਮੀ ਬੰਦਾ, ਉਹਦੇ ਨਾਲ ਮੈਂ ਜਾ ਰਿਹਾ, ਮੱਛਲੀ ਦਾ ਸ਼ਿਕਾਰ ਕਰਨ ਜਾ ਰਹੇ ਹਾਂ ਅਸੀਂ ਤੇ ਘਰ ਆ ਜਾਾਂਗੇ। ਠੀਕ ਹੈ ਜੀ ਭਾਈ, ਮਛਲੀ ਦਾ ਸ਼ਿਕਾਰ ਪਹਿਲੇ ਵੀ ਕਰਦੇ ਸੀ, ਸ਼ੌਕ ਰੱਖਦੇ ਸੀ? ਹਾਂਜੀ, ਅਕਸਰ ਔਕਾਤ ਤੇ ਜਾਂਦੇ ਸੀ ਸ਼ਿਕਾਰ ਕਰਨ। 2-3 ਦੋਸਤ, ਯਾਨੀ ਕਿ ਉਹ ਆਪਣਾ ਸਲਾਰ ਵਾਲਾ ਇਲਾਕਾ ਹੈਗਾ ਝੁਮਰਾ ਰੋਡ ਤੇ, ਉਸ ਇਲਾਕੇ 'ਚ ਜਾਂਦੇ ਹੁੰਦੇ ਸੀ। ਅੱਛਾ, ਇਹ ਗਏ ਨੇ 9 ਤਾਰੀਖ ਨੂੰ ਤਕਰੀਬਨ 4-4:30 ਵਜੇ ਘਰੋਂ ਔਰ ਵਾਲਦਾ ਨੂੰ ਦੱਸ ਕੇ ਗਏ ਨੇ ਕਿ ਮੈਂ ਜਾ ਰਿਹਾ? ਹਾਂਜੀ, ਵਾਲਦਾ ਨੂੰ ਦੱਸ ਕੇ ਗਏ ਨੇ ਕਿ ਮੈਂ ਅਰਸ਼ਾਦ ਨਾਮੀ ਬੰਦੇ ਨਾਲ ਜਾ ਰਿਹਾ ਤੇ ਅਸੀਂ ਸ਼ਿਕਾਰ ਤੇ ਜਾ ਰਹੇ ਹਾਂ, ਵਾਪਸ ਆ ਜਾਾਂਗੇ। ਮਗਰ ਇਹ ਆ ਕਿ ਉਹ ਰਾਤ ਨਹੀਂ ਆਏ। ਤਕਰੀਬਨ 10-11-12 ਅਸੀਂ 6 ਵਜੇ 6:30 ਵਜੇ ਤੋਂ ਬਾਅਦ ਉਹਨਾਂ ਨੂੰ ਫੋਨ ਕੀਤਾ, ਉਹਨਾਂ ਨਾਲ ਰਾਬਤਾ ਕੀਤਾ, ਉਹਨਾਂ ਦਾ ਨੰਬਰ ਬੰਦ ਹੋ ਗਿਆ ਸੀ। ਉਸ ਤੋਂ ਬਾਅਦ ਰਾਤ 1 ਜਾਂ 2 ਵਾਰ ਫਿਰ ਕਾਲ ਕੀਤੀ ਕਿ ਚਲੋ ਕੋਈ ਐਸੀ ਗੱਲ ਜ਼ਿਹਨ 'ਚ ਨਹੀਂ ਆਏ ਕਿ ਅਕਸਰ ਔਕਾਤ ਹੋ ਜਾਂਦਾ ਆ ਜਾਣਗੇ। ਜਿਹੜੇ ਸ਼ਿਕਾਰੀ ਲੋਕ ਹੁੰਦੇ ਨਾ, ਉਹਨਾਂ ਦੀ ਵੈਸੇ ਵੀ ਰੂਟੀਨ ਹੁੰਦੀ ਹੈ ਕਿ ਉਹ ਬੜਾ ਸਬਰ ਵਾਲਾ ਕੰਮ ਆ। ਕਹਿੰਦੇ ਮਛਲੀ ਦਾ ਸ਼ਿਕਾਰ ਜਿਹੜਾ ਬੜਾ ਸਬਰ ਵਾਲਾ ਕੰਮ ਹੁੰਦਾ ਹੈ। ਇਹ 'ਚ ਤੁਹਾਨੂੰ ਕਿਤੇ ਘਰੋਂ ਬਾਹਰ ਵੀ ਰਹਿਣਾ ਪੈ ਸਕਦਾ। ਇਹ ਪਰੇਸ਼ਾਨੀ ਕਿਦੋਂ ਲੱਗੀ? ਜਦੋਂ ਮੋਬਾਈਲ ਆਫ ਹੋਇਆ। ਉਹ 'ਚ ਇਹ ਵੀ ਤਾਂ ਹੋ ਸਕਦਾ ਕਿ ਬੰਦਾ ਸੋਚਦਾ ਕਿ ਯਾਰ ਹੋ ਸਕਦਾ ਬੈਟਰੀ ਲੋ ਹੋ ਗਈ ਹੋਵੇ, ਕਿਤੇ ਬਾਹਰ ਬੈਠੇ ਹੋਣ ਜਿੱਥੇ ਚਾਰਜਰ ਨਾ ਲੱਗਾ ਹੋਵੇ, ਇਹ ਕਹਿ ਕੇ ਵੀ ਬੰਦਾ 2-4 ਘੰਟੇ ਆਪਣੇ ਦਿਲ ਨੂੰ ਤਸੱਲੀ ਦੇ ਲੈਂਦਾ। ਜੀ ਭਾਈ, ਇਹੀ ਚੀਜ਼ ਨੂੰ ਅਸੀਂ ਤਸੱਲੀ ਆਪਣੇ ਦਿਲ ਨੂੰ ਦੇ ਕੇ ਚਲੋ ਕੋਈ ਬਾਤ ਨਹੀਂ, ਮੋਬਾਈਲ ਬੰਦ ਹੋ ਗਿਆ, ਡੈੱਡ ਹੋ ਗਿਆ, ਚਾਰਜਿੰਗ ਨਾ ਹੋਇਆ ਹੋਵੇਗਾ। ਅਸੀਂ ਰਾਤ ਗੁਜ਼ਾਰੀ ਘਰ ਆਪਣੇ, ਯਾਨੀ ਕਿ ਇਹਦੀ ਜ਼ਿਆਦਾ ਪਰੇਸ਼ਾਨੀ ਨਹੀਂ ਲਈ। ਮਗਰ ਜਦੋਂ ਦਿਨ ਵੀ ਚੜ੍ਹ ਗਿਆ, 10 ਦਾ ਟਾਈਮ ਹੋ ਗਿਆ, ਤਾਂ ਫਿਰ ਸਾਨੂੰ ਪਰੇਸ਼ਾਨੀ ਹੋ ਗਈ। ਅਸੀਂ ਫਿਰ ਚਾਰੋਂ ਪਾਸੇ ਆਪਣਾ ਫੋਨ ਵਗੈਰਾ ਕੀਤੇ, ਰਿਸ਼ਤੇਦਾਰਾਂ ਨੂੰ ਪਤਾ ਕੀਤਾ, ਕਰ ਕਰਾ ਕੇ ਅਸੀਂ ਫਿਰ ਅਰਸ਼ਾਦ ਨਾਮੀ ਬੰਦੇ ਨੂੰ ਜਿਹਦੇ ਨਾਲ ਉਹ ਸ਼ਿਕਾਰ 'ਤੇ ਗਿਆ ਸੀ, ਮੇਰੇ ਭਾਈਆਂ ਨੇ ਵੀ ਦੇਖਿਆ ਸੀ ਉਹਨਾਂ ਨੂੰ ਜਾਂਦੇ ਆ। ਲਾਲ ਮਿਲ ਚੌਂਕ ਦਾ ਇਲਾਕਾ ਸਾਡੀ ਰਿਹਾਇਸ਼ ਹੈਗੀ ਜੀ ਉੱਥੇ, ਅਤੇ ਦੂਸਰੀ ਸਾਈਡ 'ਤੇ ਉਹ ਬੰਦੇ ਵੀ ਰਹਿੰਦੇ ਨੇ ਜਿਹੜੇ ਸਾਡੇ। ਹਾਂਜੀ, ਉਹ ਵੀ ਤਕਰੀਬਨ ਉਸੇ ਇਲਾਕੇ 'ਚ ਹੀ ਰਹਿੰਦੇ? ਹਾਂਜੀ, ਉਸੇ ਇਲਾਕੇ 'ਚ ਰਹਿੰਦੇ। ਅਸੀਂ ਅਰਸ਼ਾਦ ਨਾਮੀ ਬੰਦੇ ਨੂੰ ਘਰ ਬੁਲਾਇਆ ਅਤੇ ਮੈਂ ਖੁਦ ਪੁੱਛਿਆ, ਮੇਰੀ ਵਾਲਦਾ ਨੇ, ਨਾਲ ਇੱਕ ਦੋਸਤ ਹੋਰ ਸੀ। ਉਹਨੇ ਕਿਹਾ ਕਿ ਬਾਈ ਜਵੇਦ ਤੇਰੇ ਨਾਲ ਗਿਆ ਸੀਗਾ ਅਤੇ ਕਿੱਥੇ ਹੈਗਾ? ਉਹਨੇ ਕਿਹਾ ਜੀ ਮੈਂ ਤੁਹਾਨੂੰ ਕੱਲ੍ਹ ਸੁਬਾਹ ਮਿਲਿਆ ਸੀਗਾ। ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਉਹ ਕਿੱਥੇ ਆ ਕਿੱਥੇ ਨਹੀਂ। ਉਹ ਇਸ ਗੱਲ ਕਹਿ ਕੇ ਮੁੱਕਰ ਗਿਆ। ਅਤੇ ਫਿਰ ਮੈਂ ਉਹਨੂੰ ਕਿਹਾ ਕਿ ਆਪਣਾ ਅਰਸ਼ਾਦ ਬਾਈ, ਇਹ ਤੁਹਾਨੂੰ ਪਤਾ ਵਾ, ਤੁਹਾਡੇ ਨਾਲ ਹੀ ਗਏ ਆ, ਤੁਸੀਂ ਦੱਸ ਦਿਓ, ਤੁਹਾਡੀ ਮਿਹਰਬਾਨੀ ਹੈ। ਇੰਨੀ ਗੱਲ ਕਹਿ ਕੇ ਮੈਂ ਕਿਹਾ ਤੁਸੀਂ ਸੋਚੋ, ਦੇਖੋ, ਅਸੀਂ ਵੀ ਦੇਖਦੇ ਪਏ ਹਾਂ। ਅਤੇ ਉਹ ਬੰਦਾ ਸਾਡੇ ਘਰੋਂ ਚਲਾ ਗਿਆ। ਠੀਕ ਹੈ, ਫਿਰ ਜਨਾਬ ਤਕਰੀਬਨ ਅਸੀਂ 12 ਵਜੇ ਤੱਕ ਉਹਦਾ ਇੰਤਜ਼ਾਰ ਕੀਤਾ ਬੜੇ ਭਾਈ ਦਾ। ਸ਼ਾਮ ਤਕਰੀਬਨ 4-4:15 ਘਰੋਂ ਨਿਕਲੇ ਨੇ। 6-6:30 ਵਜੇ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਮੋਬਾਈਲ ਆਫ ਹੋ ਗਿਆ। ਪਰੇਸ਼ਾਨੀ ਇਸ ਤੋਂ ਨਹੀਂ ਲਈ ਕਿ ਠੀਕ ਆ ਬਾਹਰ ਨਿਕਲੇ ਨੇ ਕਿਤੇ ਨਾ ਸ਼ਿਕਾਰ 'ਤੇ ਨੇ, ਅਗਲਾ ਦਿਨ ਚੜ੍ਹਿਆ ਜਿਸ ਵਜ੍ਹਾ ਤੋਂ ਤੁਹਾਨੂੰ ਪਰੇਸ਼ਾਨੀ ਹੋ ਕਿ ਦਿਨ ਚੜ੍ਹ ਗਿਆ, ਹੁਣ ਚਿੱਟਾ ਦਿਨ ਹੈ, ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਕੰਟੈਕਟ ਨਹੀਂ ਹੋ ਰਿਹਾ। ਔਰ ਉਸ ਤੋਂ ਬਾਅਦ ਤੁਸੀਂ ਜਿਸ ਬੰਦੇ ਨਾਲ ਵਾਲਦਾ ਨੂੰ ਦੱਸ ਕੇ ਗਏ ਸੀ ਉਹਨੂੰ ਬੁਲਾਇਆ ਕਿ ਭਾਈ ਕਿੱਥੇ ਹੈ, ਔਰ ਉਹ ਸਿਰਿਓਂ ਹੀ ਤੁਸੀਂ ਕਹਿ ਰਹੇ ਹੋ ਕਿ ਉਹ ਮੁੱਕਰ ਗਿਆ ਬਿਲਕੁਲ। ਉਹਨੇ ਕਿਹਾ ਜੀ ਮੈਨੂੰ ਨਹੀਂ ਕੋਈ ਪਤਾ ਹੈਗਾ। ਇੱਥੇ ਫਿਰ ਪਰੇਸ਼ਾਨੀ ਵੱਧ ਗਈ। ਯਾਨੀ ਕਿ ਜੁਮੇਰਾਤ ਦਾ ਇਹ ਵਾਕਿਆ ਸਾਡੇ ਭਾਈ ਦਾ ਘਰੋਂ ਜਾਣ ਦਾ, ਅਤੇ ਰਾਤ ਇੰਤਜ਼ਾਰ ਕਰਕੇ ਅਸੀਂ ਜੁਮੇ ਵਾਲੇ ਦਿਨ 10 ਵਜੇ ਉਹਨੂੰ ਅਰਸ਼ਾਦ ਨਾਮੀ ਬੰਦੇ ਨੂੰ ਬੁਲਾਇਆ। ਉਹਨੇ ਸਾਨੂੰ ਕਿਹਾ ਜੀ ਵੀ ਮੈਨੂੰ ਨਹੀਂ ਪਤਾ ਹੈਗਾ ਕਿੱਥੇ ਹੈਗਾ, ਚਲਾ ਗਿਆ। ਉਸ ਤੋਂ ਬਾਅਦ ਅਸੀਂ 12 ਵਜੇ ਤੱਕ ਫਿਰ ਇੰਤਜ਼ਾਰ ਕੀਤਾ, ਆਸੇ ਪਾਸੇ ਪਤਾ ਕੀਤਾ ਕਿ ਬਾਈ ਦੀ ਸਾਡੇ ਦੀ ਸ਼ਾਇਦ ਖਬਰ ਆ ਜਾਏ ਕਿਸੇ ਬੰਨਿਓ, ਮਗਰ ਕੋਈ ਖਬਰ ਨਹੀਂ ਆਈ। ਉਸ ਤੋਂ ਬਾਅਦ ਅਸੀਂ ਫਿਰ ਆਪਣਾ 15 'ਤੇ ਕਾਲ ਕੀਤੀ
15 ਕਾਲ ਕੀਤੀ, ਫੈਕਟਰੀ ਏਰੀਆ ਥਾਣੇ 'ਚ ਫਿਰ ਪੁਲਿਸ ਆਈ, ਠੀਕ ਹੈ। ਅਸੀਂ ਫਿਰ ਉਸ ਬੰਦੇ ਨੂੰ ਉਹਦੇ ਘਰੋਂ ਜਾ ਕੇ ਗ੍ਰਿਫਤਾਰ ਕਰਵਾਇਆ, ਇਰਸ਼ਾਦ ਨੂੰ। ਇਰਸ਼ਾਦ ਨਾਮੀ ਬੰਦੇ ਨੂੰ ਜੀ। ਫਿਰ ਤੁਹਾਨੂੰ ਮਤਲਬ ਕਿਸ ਤਰ੍ਹਾਂ ਪੁਲਿਸ ਨੇ ਫਿਰ ਅੱਗੋਂ ਸਾਰਾ ਟੇਕਅਪ ਕੀਤਾ, ਉਹਨਾਂ ਨੇ ਜਿਹੜਾ ਕਾਰਵਾਈ ਕੀਤੀ, ਜਾਂ ਕੋਈ ਤੁਹਾਡੇ ਨਾਲ ਲਾਲਚ ਲੱਭਦਾ ਰਿਹਾ ਕਿ ਜੀ ਹੁਣ ਪੁਲਿਸ CCTV ਫੁਟੇਜ ਵਾਸਤੇ ਜਾ ਰਹੀ ਹੈ, ਹੁਣ ਪੁਲਿਸ ਕੀ ਕਰ ਰਹੀ ਹੈ, ਹੁਣ ਪੁਲਿਸ ਕੀ ਕਰ ਰਹੀ? ਜੀ ਬਾਈ, ਜਦੋਂ ਇਰਸ਼ਾਦ ਨਾਮੀ ਬੰਦੇ ਨੂੰ ਗ੍ਰਿਫਤਾਰ ਕਰਕੇ ਪੁਲਿਸ ਆਪਣਾ ਥਾਣਾ ਫੈਕਟਰੀ ਦੇ ਵਿੱਚ ਲਿਆਏ ਨਾ, ਉਸ ਬਾਅਦ ਆਪਣਾ SHO ਸਾਹਿਬ, ਤਫਤੀਸ਼ੀ ਅਫਸਰ ਜਿਹੜੇ ਆ, ਉਹਨਾਂ ਨੇ ਆਪਣਾ ਤਫਤੀਸ਼ ਸ਼ੁਰੂ ਕੀਤੀ ਔਰ ਬਹੁਤ ਹੀ ਅੱਛੇ ਤਰੀਕੇ ਨਾਲ, ਪ੍ਰੋਫੈਸ਼ਨਲ ਤਰੀਕੇ ਨਾਲ ਇਹਨਾਂ ਨੇ ਕੰਮ ਕੀਤਾ। ਫਿਰ ਜਿੱਥੇ ਜਿੱਥੇ ਸਾਡੀ ਜ਼ਰੂਰਤ ਪਈ, ਅਸੀਂ ਬਿਲਕੁਲ ਉਹਨਾਂ ਦੇ ਨਾਲ ਚੱਲ ਕੇ ਨਿਸ਼ਾਨਦੇਹੀ ਕੀਤੀ, ਹਰ ਜਗ੍ਹਾ 'ਤੇ ਗਏ, CCTV ਵੀ ਚੈੱਕ ਕੀਤੀ, ਉਹਦੇ ਵਿੱਚ ਉਹ ਮੁਲਜ਼ਮਾਂ ਦਾ ਪਤਾ ਲੱਗ ਗਿਆ ਸਾਨੂੰ। CCTV ਫੁਟੇਜ 'ਚ ਮਤਲਬ ਕਿਤੇ ਨਜ਼ਰ ਆ ਗਏ? ਨਜ਼ਰ ਆ ਗਏ, ਹਾਂਜੀ, ਉਹਨਾਂ ਦੇ ਨਾਲ ਨਜ਼ਰ ਆ ਗਏ। ਉਸ ਤੋਂ ਬਾਅਦ ਤਕਰੀਬਨ ਸਾਰੀ ਕਾਰਵਾਈ ਕੀਤੀ। ਇਰਸ਼ਾਦ ਨਾਮੀ ਬੰਦਾ, ਉਸ ਤੋਂ ਬਾਅਦ ਉਹਦਾ ਬੇਟਾ, ਉਹਦੀ ਬੀਵੀ, ਉਹਦੀ ਬੇਟੀ, ਇਹ 4 ਬੰਦੇ ਮੁਲਵਸ ਸੀ, ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਨੇ ਜੁਰਮ ਵੀ ਆਪਣਾ ਕਬੂਲ ਕੀਤਾ। ਅੱਛਾ, ਮੈਨੂੰ ਇਹ ਦੱਸੋ ਕਿ ਇੱਕ ਹੀ ਇਲਾਕੇ 'ਚ ਰਹਿਣ ਵਾਲੇ ਨੇ ਔਰ ਫਿਰ ਦੋਨੇ ਸ਼ਿਕਾਰ ਦੇ ਸ਼ੌਕੀਨ ਵੀ ਨੇ, ਕੀ ਐਸਾ ਗੱਲ ਹੋਇਆ ਕਿ ਮਤਲਬ ਜਿਹੜਾ ਉਹ ਇੰਨਾ ਬਰੂਟਲ, ਇੱਕ ਹੁੰਦਾ ਹੈ ਕਿ ਲੜਾਈ ਹੋਈ ਹੈ, ਕਿਸੇ ਨੇ ਕੋਈ ਕਿਸੇ ਦੇ ਸਿਰ 'ਚ ਇੱਟ ਮਾਰੀ, ਜਾਂ ਕਿਸੇ ਨੇ ਕੋਈ ਪਿਸਤੌਲ ਕੱਢਿਆ, ਗੋਲੀ ਮਾਰ ਦਿੱਤੀ, ਫਾਇਰ ਕਰ ਦਿੱਤਾ, ਇੰਨਾ ਪਲੈਨਿੰਗ ਕਰਕੇ ਕਿਸੇ ਹੋਰ ਇਲਾਕੇ 'ਚ ਖੜ ਕੇ, ਇਹ ਕੀ ਮਕਸਦ ਹੋ ਸਕਦਾ ਹੈ? ਕਦੀ ਕੋਈ ਭਾਈ ਨੇ ਕਿਸੇ ਪਰੇਸ਼ਾਨੀ ਦਾ ਇਜ਼ਹਾਰ ਕੀਤਾ ਹੋਵੇ, ਪਹਿਲੇ ਕੋਈ ਦੱਸਿਆ ਹੋਵੇ ਕਿ ਭਾਈ ਮੈਨੂੰ ਇੱਧਰੋਂ ਕੋਈ ਖਤਰਾ ਹੈ, ਤੇ ਕੋਈ ਗੱਲਬਾਤ ਨਹੀਂ ਸੀ? ਜੀ ਬਾਈ, ਗੱਲ ਇਹ ਸੀ ਕਿ ਆਪਣਾ ਜਿਹੜਾ ਇਰਸ਼ਾਦ ਨਾਮੀ ਬੰਦਾ ਨਾ, ਮੇਰੇ ਭਾਈ ਕੋਲ ਮੁਲਾਜ਼ਮਤ ਕਰਦਾ ਸੀਗਾ। ਮੇਰੇ ਭਾਈ ਦਾ ਬਟੇਰੇ ਫਾਰਮੀ ਬਟੇਰਿਆਂ ਦਾ ਕੰਮ ਸੀ, ਇੱਕ ਨਾਲ ਉਹਦਾ ਭਾਈਵਾਲ ਸੀਗਾ, ਮੁਹੰਮਦ ਅਨਵਰ। ਭਾਈਵਾਲ ਅਸੀਂ ਪੰਜਾਬੀ 'ਚ ਕਹਿੰਦੇ, ਜਿਹੜੇ ਜਿਹਨੂੰ ਅਸੀਂ ਉਰਦੂ ਔਰ ਇੰਗਲਿਸ਼ 'ਚ ਕਹਿੰਦੇ ਕਿ ਪਾਰਟਨਰ ਹੁੰਦਾ। ਹਾਂਜੀ, 2 ਉਹ ਬੰਦੇ ਤੇ ਤੀਸਰਾ ਇਰਸ਼ਾਦ ਨਾਮੀ ਬੰਦਾ ਨਾ, ਇਹ ਉਹਨਾਂ ਕੋਲ ਮੁਲਾਜ਼ਮਤ ਕਰਦਾ ਹੁੰਦਾ ਸੀਗਾ। ਇਹ ਤਿੰਨੇ ਸ਼ਿਕਾਰੀ ਵੀ ਸੀਗੇ, ਦੋਸਤ ਵੀ ਸੀ, ਸ਼ਿਕਾਰੀ ਵੀ ਸੀ। ਤੇ ਕੁਛ ਅਰਸਾ ਦਰਾਜ਼ ਯਾਨੀ ਕਿ 2 ਸਾਲ ਤਕਰੀਬਨ ਉਸ ਤੋਂ ਪਹਿਲੇ ਇਰਸ਼ਾਦ ਨਾਮੀ ਬੰਦੇ ਨੇ ਨਾ ਮੇਰੇ ਭਾਈ ਨੂੰ ਨਾ ਘਰ ਦੇ ਵਿੱਚ ਬੁਲਾ ਕੇ ਨਾ ਤਲਾਕਾਤ ਵਧਾਉਣੇ ਸ਼ੁਰੂ ਕੀਤੇ, ਕਿਉਂਕਿ ਉਹ ਅੱਛੀ ਇਨਕਮ ਸੀ ਉਹਦੀ, ਪੈਸਾ ਕੋ ਹੁੰਦਾ ਸੀਗਾ, ਤੇ ਆਪਣੀ ਯਾਨੀ ਕਿ ਬੇਟੀ ਦੇ ਨਾਲ ਤਲਾਕਾਤ ਇਸਤਵਾਰ ਕਰਾਉਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ। ਘਰ ਦੇ ਵਿੱਚ ਮਤਲਬ ਬੁਲਾਇਆ ਗਿਆ ਕਿ ਆਓ ਜੀ ਰੋਟੀ ਖਾਣੇ, ਅੱਜ ਆਓ ਜੀ ਫਲਾਣਾ, ਬੈਠਦੇ ਆ, ਇਹ ਕਰਦੇ। ਭਾਈ ਦੀ ਐਂਟਰੀ ਉਹਨਾਂ ਨੇ, ਤੁਸੀਂ ਕਹਿ ਰਹੇ ਹੋ ਕਿ ਇਰਸ਼ਾਦ ਨਾਮੀ ਜਿਹੜਾ ਮੁਲਜ਼ਮ ਵੀ ਹੈ, ਉਹਨੇ ਤੁਹਾਡੇ ਭਾਈ ਦੀ ਐਂਟਰੀ ਇੰਟੈਂਸ਼ਨਲੀ ਆਪਣੇ ਘਰ 'ਚ ਕਰਵਾਤੀ। ਉਸ ਬਾਅਦ ਆਪਣਾ ਨਾ ਖਾਣਾ ਪੀਣਾ ਸ਼ੁਰੂ ਕਰ ਦਿੱਤਾ, ਯਾਨੀ ਕਿ ਮੀਆਂ ਬੀਵੀ, ਭਾਈ ਭੈਣ, ਮੇਰੇ ਭਾਈ ਨੂੰ ਨਾ ਮਿਲ ਜੁਲ ਕੇ, ਜਿਹਨੂੰ ਅਸੀਂ ਕਹਿੰਦੇ ਕਿ ਫੈਮਿਲੀ ਟਰਮ ਬਣ ਗਿਆ। ਹਾਂਜੀ, ਖਾਣਾ ਪੀਣਾ, ਆਣਾ ਜਾਣਾ। ਫਿਰ ਰਿਸ਼ਤੇ ਦੀ ਗੱਲ ਚੱਲ ਪਈ ਕਿ ਜਵੇਦ ਭਾਈ ਇਰਸ਼ਾਦ ਨਾਮੀ ਕਹਿੰਦਾ ਕਿ ਤੇਰਾ ਆਪਣੀ ਬੇਟੀ ਨਾਲ ਅਸੀਂ ਰਿਸ਼ਤਾ ਕਰ ਦਾਂਗੇ। ਇਸ ਗੱਲ ਨੂੰ 2 ਸਾਲ ਹੋ ਗਏ ਸੀਗੇ, 8 ਦਿਨ ਬਾਅਦ ਕਰਦੇ ਹਾਂ, 10 ਦਿਨ ਬਾਅਦ ਕਰਦੇ ਹਾਂ, ਮਹੀਨੇ ਬਾਅਦ ਕਰਦੇ ਹਾਂ। ਪੈਸਾ ਉਹ ਜਿੰਨਾ ਕਮਾ ਰਿਹਾ ਸੀ ਨਾ, ਉਹ ਸਾਰਾ ਉਹ ਖਾ ਰਹੇ ਸੀ। ਮਤਲਬ ਉਹ ਤੁਸੀਂ ਇਹ ਕਹਿ ਰਹੇ ਕਿ ਉਹ ਬੁਲਾ ਰਿਹਾ ਸੀ ਔਰ ਉਹ ਖਾ ਵੀ ਰਿਹਾ ਸੀ। ਭਾਈ ਦੀ ਸ਼ਾਦੀ ਹੋਈ? ਹਾਂਜੀ, ਉਹਨਾਂ ਦੀ ਸ਼ਾਦੀ ਵੀ ਹੋਈ ਸੀ, 2 ਬੇਟੇ 2 ਬੇਟੀਆਂ, ਉਹਨਾਂ ਦੇ 4 ਬੱਚੇ ਸੀਗੇ। ਤੇ ਇਹਨਾਂ ਨੇ ਡਿਮਾਂਡ ਰੱਖੀ ਕਿ ਪਹਿਲੇ ਕਿ ਉਹਨੂੰ ਤਲਾਕ ਦੇ। ਪਰ ਇਹ ਚੀਜ਼ ਹੁਣ ਤੁਸੀਂ ਸਾਨੂੰ ਦੱਸ ਰਹੇ, ਇਹ ਨਾਲ ਤੁਹਾਨੂੰ ਤੁਹਾਡੇ ਭਾਈ ਨੇ ਅਪਡੇਟ ਨਹੀਂ ਕੀਤੀ ਕਿ ਜੀ ਇਹ ਚੱਲ ਰਿਹਾ, ਜਾਂ ਮੈਂ ਉਹਦੀ ਵਜ੍ਹਾ ਤੋਂ ਆਪਣੇ ਬੱਚਿਆਂ ਨੂੰ ਜਾਂ ਬੀਵੀ ਨੂੰ ਜਿਹੜਾ ਛੱਡ ਰਿਹਾ ਜਾਂ ਤਲਾਕ ਦੇ ਰਿਹਾ? ਹਾਂਜੀ, ਅਪਡੇਟ ਹੋਈ ਤਕਰੀਬਨ 1 ਮਹੀਨਾ ਪਹਿਲੇ ਸਾਨੂੰ ਹੋਈ। ਉਸ ਤੋਂ ਪਹਿਲੇ ਇਹਨਾਂ ਦਾ ਆਪਸ ਦੇ ਵਿੱਚ ਹੀ ਸਾਰਾ ਚੱਲ ਰਿਹਾ ਸੀਗਾ, ਲੋਕ ਦੇਖ ਰਹੇ ਸੀ। ਤੇ ਇਰਸ਼ਾਦ ਨਾਮੀ ਮਹੀਨਾ ਪਹਿਲੇ ਸਾਡੇ ਕੋਲ ਆਇਆ ਕਿ ਮੈਂ ਆਪਣੀ ਬੇਟੀ ਦਾ ਰਿਸ਼ਤਾ ਕਰਾਂਗਾ, ਥੋੜ੍ਹਾ ਜਿਹਾ ਟਾਈਮ ਦਿਓ ਮੈਨੂੰ। ਤੇ ਯਾਨੀ ਕਿ 2 ਪਹਿਲੇ 2 ਬਾਅਦ 10 ਦਿਨ ਬਾਅਦ, ਯਾਨੀ ਕਿ ਇਸ ਤਰ੍ਹਾਂ ਨਾ ਇਹਨਾਂ ਦਾ ਆਪਸ 'ਚ ਇਹ ਚੱਲ ਰਿਹਾ ਸੀਗਾ, ਪੈਸੇ ਖਾ ਰਹੇ ਸੀ ਬਸ। ਉਹਨਾਂ ਦਾ ਮਕਸਦ ਇਹ ਸੀ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਹਿੰਦੀ ਸਾਮੀ ਹੈ, ਅੱਛਾ ਕਮਾਉਂਦਾ ਹੈ, ਫਾਰਮ ਸ਼ਾਰਮ ਆਪਣਾ ਹੈ, ਸ਼ਿਕਾਰੀ ਵੀ ਹੈ, ਤੇ ਜਿਹੜਾ ਨਾ ਉਹ ਸੁਖੀ ਰਹੇਗੀ ਧੀ ਵੀ, ਅਗਰ ਵਿਆਹ ਕਰ ਵੀ ਦਿੰਦੇ ਆ ਤੇ ਔਰ ਅਗਰ ਅਸੀਂ ਨਹੀਂ ਵੀ ਕਰਦੇ ਤੇ ਫਿਲਹਾਲ ਜਿਹੜਾ ਉਹ ਨਿਜ਼ਾਮ ਤੇ ਚੱਲ ਰਿਹਾ ਨਾ, ਉਹ ਘਰ ਆ ਰਿਹਾ, ਖਾਣੇ ਛਾਣੇ, ਖਾਬੇ ਸ਼ਾਬੇ, ਦਾਵਤਾਂ ਸ਼ਾਵਤਾਂ ਚੱਲ ਰਹੀਆਂ। ਜੀ ਭਾਈ ਜੀ, ਇਸ ਤਰ੍ਹਾਂ ਬਾਤ ਇਸ ਤਰ੍ਹਾਂ ਹੋਈ ਹੈ ਕਿ ਇਹਨਾਂ ਨੇ ਜੁਮੇਰਾਤ ਦੀ ਰਾਤ 9/4 ਸ਼ਾਦੀ ਦੀ, ਯਾਨੀ ਕਿ ਜੁਮੇ ਵਾਲੇ ਦਿਨ 3 ਵਜੇ ਸ਼ਾਦੀ ਤੈਅ ਪਾ ਲਈ ਸੀ। ਅੱਛਾ, ਫਿਕਸ ਕਰਤੀ ਗਈ ਕਿ ਜਿਸ ਦਿਨ ਜੁਮੇਰਾਤ ਨੂੰ ਭਾਈ ਗਾਇਬ ਹੋਇਆ, ਉਸ ਤੋਂ ਅਗਲੇ ਦਿਨ ਉਹਦਾ ਮਤਲਬ ਨਿਕਾਹ ਸੀਗਾ। ਤੇ ਜੁਮੇਰਾਤ ਯਾਨੀ ਕਿ 9 ਵਜੇ ਇਹ ਮੇਰੇ ਭਾਈ ਨੂੰ ਸ਼ਿਕਾਰ ਦੇ ਬਹਾਨੇ ਲੈ ਕੇ ਗਏ, ਬਾਪ ਬੇਟਾ। ਤੇ ਪਲੈਨਿੰਗ ਇਹਨਾਂ ਨੇ ਪਹਿਲੇ ਕਰ ਲਈ ਸੀਗੀ, ਲੈ ਕੇ ਗਏ ਤਕਰੀਬਨ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ 40-50 ਲੱਖ ਰੁਪਇਆ ਨਾ ਜਿਹੜਾ ਮੇਰੇ ਭਾਈ ਦਾ ਇਹ ਨਾਲ ਚਲਾ ਗਿਆ ਸੀਗਾ, ਜਿਸ ਕੋਲ 25-30 ਲੱਖ ਰੁਪਏ ਦੀ ਟ੍ਰਾਂਜੈਕਸ਼ਨ ਪੁਲਿਸ ਦੇ ਕੋਲ ਵੀ ਆ, ਬੇਟੀ ਦੇ ਨੰਬਰ ਤੇ ਡਾਇਰੈਕਟ ਜਿਹੜੀ ਟ੍ਰਾਂਸਫਰ ਹੋਈ, ਠੀਕ ਹੈ। ਜਿਹਦੇ ਮਤਲਬ ਕਿ ਅਸੀਂ ਕਹਿੰਦੇ ਕਿ ਵਾਜ਼ਿਹ ਸਬੂਤ ਨੇ ਕਿ ਗਏ ਉਧਰ। 20-22 ਲੱਖ ਦੀ ਟ੍ਰਾਂਜੈਕਸ਼ਨ ਜਿਹੜੀ ਉਹ ਭਾਈਵਾਲ ਜਿਹੜਾ ਪਾਰਟਨਰ ਆ ਮੇਰੇ ਭਾਈ ਦਾ,
ਉਹਦੇ ਕੋਲ ਹੈਗੀ ਆ, ਇਹ ਕਾਗਜ਼ਾਂ ਦੇ ਵਿੱਚ ਵੀ ਆ, ਉਹਦਾ ਮੋਬਾਈਲ 'ਚ ਤਸਵੀਰਾਂ 'ਚ ਵੀ ਆ, ਉਹਦੇ ਕੋਲ ਹੈਗੀ ਸੀ। ਹੁਣ ਮਕਸਦ ਇਹ ਸੀਗਾ ਕਿ ਅਗਰ ਉਹਨਾਂ ਨੇ ਜਾਂ ਸ਼ਾਦੀ ਕਰਨੀ ਸੀਗੀ ਜਾਂ ਉਹਨਾਂ ਨੂੰ ਪੈਸਾ ਜਾਂ ਉਹਨਾਂ ਨੇ ਜਾਨ ਛਡਵਾਣੀ ਸੀ। ਜਾਨ ਛਡਵਾਉਣੀ ਸੀ। ਉਹਨਾਂ ਨੇ ਸ਼ਾਦੀ ਤਾਂ ਕਰਨੀ ਹੀ ਨਹੀਂ ਸੀ। ਉਹਨਾਂ ਨੇ ਇਸ ਚੀਜ਼ ਦਾ ਗਲਤ ਯਾਨੀ ਕਿ ਫੈਸਲਾ ਕੀਤਾ, ਸੋਚ ਗਲਤ ਬਣਾਈ, ਮਾਈਂਡ ਗਲਤ ਬਣਾਇਆ ਤੇ 4 ਜੀਆਂ ਨੇ ਮਿਲ ਕੇ ਇਹ ਵਕੂਆ ਬਣਾਇਆ। ਉਹਨੂੰ ਲੈ ਗਏ ਮਛਲੀ ਵਾਲੀ ਜਗ੍ਹਾ ਤੇ, ਸਾਈਆਂ ਵਾਲਾ ਇਲਾਕਾ, ਸਲਾਰ ਵਾਲੇ ਤੋਂ ਅੰਦਰ ਨੂੰ ਜੰਗਲ, ਸੇਮ ਡੂੰਗਾ ਪਿੰਡ ਕਹਿ ਸਕਦੇ ਆਪਾਂ। ਡੂੰਗਾ ਪਿੰਡ ਤਕਰੀਬਨ 9-10 8-9 ਦੇ ਦਰਮਿਆਨ ਜੁਮੇਰਾਤ ਦੀ ਸ਼ਬ ਉੱਥੇ ਲਿਜਾ ਕੇ ਇਹਨਾਂ ਨੇ ਉਹਨੂੰ ਕਤਲ ਕਰ ਦਿੱਤਾ। ਉਸ ਤੋਂ ਬਾਅਦ ਸਰ ਉਹਨੂੰ ਬਰਹਨਾ ਕਰਕੇ ਨਾ ਕਤਲ ਕੀਤਾ ਤੇ ਉਹਦੇ ਕੱਟ ਲਾਏ, ਉਹਦੇ ਇੰਨਾ ਕੁ ਉਹਨੂੰ ਤਸ਼ੱਦਦ ਕੀਤਾ, ਜ਼ੁਲਮ ਕੀਤਾ, ਤੇ ਹੱਥਾਂ ਪੈਰਾਂ ਤੇ ਸੋਟੇ ਮਾਰੇ ਜਾਂ ਕੀ ਪਤਾ ਨਹੀਂ ਕੀ ਚੀਜ਼ ਮਾਰੀ, ਜ਼ਖਮ ਬਣਾਏ, ਪੱਛ ਲਾਏ। ਉਸ ਤੋਂ ਬਾਅਦ ਇਹਨਾਂ ਜ਼ਾਲਮਾਂ ਨੇ ਉਹਦੀ ਗਰਦਨ ਅਲੱਗਾ ਕਰਕੇ ਉਹਨੂੰ ਕੱਪੜਿਆਂ 'ਚ ਲਪੇਟ ਕੇ ਤੇ ਆਪਣਾ ਐਕਸਪ੍ਰੈਸ ਹਾਈਵੇ ਨਹਿਰ ਦੇ ਨਾਲ ਉਹਨਾਂ ਨੇ ਨਾ ਝਾੜੀਆਂ ਦੇ ਵਿੱਚ ਛੁਪਾ ਕੇ, ਜੁਮੇਰਾਤ ਦੀ ਸ਼ਬ ਦੀ ਰਾਤ ਦਾ ਹੀ ਵਾਕਿਆ ਵਾ। ਜਿਸ ਦਿਨ ਇੱਥੋਂ ਲੈ ਕੇ ਗਏ ਨੇ ਉਸੇ ਦਿਨ ਹੀ ਸਾਰਾ ਕੁਝ ਕਰ। ਹਾਂਜੀ, ਉੱਥੇ ਕਰਕੇ ਤੇ ਆਪਣਾ ਉੱਥੋਂ ਬੈਠੇ ਆ ਤੇ ਆਪਣੇ ਘਰ ਆ ਗਏ। ਮੋਟਰਸਾਈਕਲ ਅਸੀਂ ਸਾਡੇ ਜ਼ਰਾਏ ਔਰ ਪੁਲਿਸ ਜ਼ਰਾਏ ਕਹਿੰਦੇ ਨੇ ਕਿ ਮੋਟਰਸਾਈਕਲ ਤੁਹਾਡੇ ਭਾਈ ਦਾ ਹੀ ਇਸਤੇਮਾਲ ਹੋਇਆ ਸੀ ਔਰ ਫਿਰ ਉਹ ਉਹਨਾਂ ਨੇ ਕਿਤੇ ਸਾਡਾ ਡੀ ਟੈਪ ਦੇ ਇਲਾਕੇ ਜਾ ਕੇ ਡੰਪ ਕਰਤਾ। ਜੀ ਬਾਈ, ਉੱਥੋਂ ਜਦੋਂ ਇਹਨਾਂ ਨੇ ਸਮਾਨ ਝਾੜੀਆਂ ਦੇ ਵਿੱਚ ਛਪਾਇਆ, ਉਸੇ ਮੋਟਰਸਾਈਕਲ ਤੇ ਡੀ ਟੈਪ ਆਏ। ਉੱਥੋਂ ਮੋਟਰਸਾਈਕਲ ਆਪਣਾ ਡੀ ਟੈਪ ਮੋੜ ਤੇ ਇਹਨਾਂ ਨੇ ਖੜੀ ਕੀਤੀ ਹੈ ਤੇ ਰੋਡ ਕ੍ਰਾਸ ਕਰਕੇ ਆਟੋ ਰਿਕਸ਼ਾ ਲਿਆ ਵਾ ਤੇ ਲਾਲ ਮਹਿਲ ਚੌਕ ਆਪਣੇ ਘਰ ਆ ਕੇ ਨਾ ਸਕੂਨ ਨਾਲ ਬੈਠ ਗਏ। ਭਾਈ ਦੀ ਜਦੋਂ ਡੈੱਡ ਬੋਡੀ ਰਿਕਵਰ ਹੋ ਗਈ ਹੈ, ਜਦੋਂ ਤੁਹਾਡੇ ਸਾਹਮਣੇ ਆ ਗਿਆ ਤੁਹਾਡਾ ਭਾਈ ਔਰ ਇਤਨੀ ਬੁਰੀ ਹਾਲਤ ਦੇ ਵਿੱਚ, ਘਰ ਦਾ ਕੀ ਹਾਲਤ ਸੀ? ਕੌਣ ਕੌਣ ਹੈ ਘਰ ਦੇ ਵਿੱਚ ਹੁਣ ਪਿੱਛੇ ਔਰ ਕੀ ਹਾਲਤ ਸੀ ਘਰ? ਬਾਈ ਸਾਡੀ ਵਾਲਦਾ ਵਾ, ਵਾਲਦ ਸਾਹਿਬ ਹੈ ਨਹੀਂ ਗੇ, ਛੋਟੇ ਭਾਈ ਆ 4 ਤੇ ਸਿਸਟਰਾਂ ਸੀਗੀਆਂ, ਸਾਰੇ ਇਕੱਠੇ ਹੋਏ ਸੀ ਵਾਕਿਆ ਸੁਣ ਕੇ। ਤੇ ਮਗਰ ਜਦੋਂ ਉਹਨਾਂ ਨੂੰ ਇਹ ਚੀਜ਼ ਦੀ ਖਬਰ ਹੋਈ ਤੇ ਚੀਖੋ ਪੁਕਾਰ ਕਿਆਮਤ ਖੇਜ਼ ਉੱਥੇ ਮੰਜ਼ਰ ਬਣ ਗਿਆ ਸੀਗਾ, ਜਿਹੜਾ ਬਿਆਨ ਨਹੀਂ ਕਰ ਸਕਦੇ ਅਸੀਂ। ਇਹਨਾਂ ਜ਼ਾਲਮਾਂ ਨੇ ਇੰਨਾ ਤਸ਼ੱਦਦ ਕੀਤਾ ਵਾ, ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਏ। ਸਾਡੀ ਰਿਕੁਐਸਟ ਆ ਚੀਫ ਮਿਨਿਸਟਰ ਸਾਹਿਬਾ ਮਰੀਮ ਨਵਾਜ਼ ਸੇ ਕਿ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਏ। ਸਖਤ ਤੋਂ ਸਖਤ ਇਹਨਾਂ ਵਾਸਤੇ ਕੋਈ ਨਰਮ ਗੋਸ਼ਾ, ਕੋਈ ਮਾਫੀ ਤਲਾਫੀ ਦੀ ਕੋਈ ਕਲ ਕਲਾ ਨੂੰ ਇਸ ਤਰ੍ਹਾਂ ਹੋਵੇ ਕਿ ਜੀ ਤੁਸੀਂ ਕਹੋ ਕਿ ਚਲੋ ਜੀ ਸਾਡਾ ਭਾਈ ਦੁਨੀਆ ਚਲਾ ਗਿਆ ਤੇ ਅਸੀਂ ਮਾਫ ਕਰ ਦਿੰਦੇ। ਇਹਨਾਂ ਦਾ ਐਸਾ ਅੰਜਾਮ ਕੀਤਾ ਜਾਏ ਕਿ ਇਹਨਾਂ ਨੂੰ ਦੇਖ ਕੇ ਸਾਰੇ ਤੌਬਾ ਕਰਨ ਤੇ ਅੱਗੇ ਤੋਂ ਇਹ ਚੀਜ਼ ਤੋਂ ਅਮਲ ਕਰਨ ਦੀ ਜ਼ਰੂਰਤ ਨਾ ਹੋਵੇ ਕਿਸੇ ਦੀ। नाज़रीन इकराम, मुद्दई मुकदमा और मकतूल के भाई की गुफ्तगू आपने सुनी और इनका ये कहना था कि इनके भाई को एक ऐसे लालची शख्स ने अपने दाम में फंसाया, अपने घर पे इनवाइट किया, अपनी बेटी से मुतारफ़ करवाया और फिर मुबैना तौर पर उसकी शादी भी तय करवा दी। लेकिन जैसे इन्होंने बताया कि 40-45 लाख रुपया वो खा चुका था। वो मुलाजिम था, पावर्टी लाइन से बिलो ज़िंदगी गुजार रहा था और इधर पैसे की चमक देखकर शायद लालच आया, लेकिन बेटी की शादी मकसूद नहीं थी, बेटी की शादी नहीं करवाना चाहते थे। तो जब पैसे की तरफ से निचोड़ लिया गया तो फिर उन्होंने फाइनली ये डिसाइड किया कि इस शख्स को कत्ल करके जान छुड़वा ली जाए और उसके लिए बाकायदा पूरा प्लान तैयार किया गया कि यहाँ से उसको शिकार के बहाने ले जाया गया थाना साइयावाला के इलाके में। वहाँ पे ब्रूटली बहुत बेदर्द तरीके से जो है उसका मर्डर करके सर तन से जुदा करके थाना चक झुमरा के इलाके में एक्सप्रेस वे पे फेंका गया। बाइक उसकी जो है वो थाना डी टाइप के इलाके में खड़ी कर दी गई और पुलिस के पूछने पर, इन्वेस्टिगेट करने पर पहले साफ इनकार किया गया, लेकिन जब एविडेंसेस कलेक्ट किए गए, कड़ियाँ मिली, तो फिर पुलिस ने इन मुलजिमान को हिरासत में ले लिया। और मुद्दई का ये कहना था आला हुकाम से, अरबाब इख्तियार से, CM पंजाब से, IG पंजाब से कि वो मुलजिमान को ऐसी इबरतनाक सज़ा दें कि आइंदा किसी को किसी इंसान की जान लेने की जुर्रत। नाज़रीन इकराम, बात हो रही है थाना फैक्ट्री एरिया के इलाके में जावेद कत्ल केस की, जिसे बहुत ब्रूटली मर्डर किया गया, जिसका
सर तन से जुदा कर दिया गया और उसे धोखे से शिकार खेलने के बहाने जो है वो दूसरे इलाके में बुलवाया गया, जहां उसको प्लानिंग के तहत साजिश से कत्ल किया गया। हमारे साथ मुतासरा फैमिली के अफराद मौजूद हैं, मकतूल के तादाद भाई हैं टीम मुजरिम कौन के साथ। उनसे जानते हैं कि ऐसा क्या गुनाह किया था जावेद ने, ऐसी क्या गलती हो गई थी कि उन्हें अपनी जान से हाथ धोना पड़े और एक ख़ानदान एक ऐसे शख्स से महरूम हो गया जो शायद उस ख़ानदान का रखवाला था, उनका सहारा था। अस्सलाम वालेकुम भाई, की नाम है जी? ਮੁਹੰਮਦ ਸ਼ਫੀਕ ਸ਼ਫੀਕ ਭਾਈ, ਤੁਸੀਂ ਤਾਇਆਜ਼ਾਦ ਭਾਈ ਹੋ, ਤਾਏ ਦੇ ਪੁੱਤਰ ਭਾਈ ਸੀ ਤੁਹਾਡੇ। ਜੀ। ਇਹ ਜਵੇਦ ਦੀ ਕਿੰਨੀ ਕੁ ਉਮਰ ਸੀ ਤਕਰੀਬਨ? ਤੁਹਾਡੇ ਤੋਂ ਛੋਟੇ ਸੀ ਕਿ ਵੱਡੇ? ਮੇਰੇ ਤੋਂ ਵੱਡੇ ਸੀ 50 ਪਲੱਸ। ਤਕਰੀਬਨ 50 ਸਾਲ ਦੇ ਰਾਉਂਡ ਅਬਾਊਟ। ਸ਼ਾਦੀशुदा ਸੀ ਜੀ, ਸ਼ਾਦੀशुदा ਸੀ। ਕਿੰਨੇ ਬੱਚੇ ਸੀ ਉਹਨਾਂ ਦੇ? ਉਹਦੇ 4 ਬੱਚੇ ਸੀ। ਇਹ 2 ਬੇਟੇ 2 ਬੇਟੀਆਂ? 2 ਬੇਟੇ 2 ਬੇਟੀਆਂ। ਬੱਚਿਆਂ ਦੀ ਉਮਰ ਤਕਰੀਬਨ ਕਿੰਨੀ ਕੁ ਹੋਣੀ? ਤਕਰੀਬਨ ਵੱਡੇ ਬੇਟੇ ਦੀ 15-16 ਸਾਲ ਹੋਣੀ, ਇਸੇ ਤਰ੍ਹਾਂ ਛੋਟੇ ਦੀ 10-12 ਸਾਲ ਥੱਲੇ ਹੈ। ਅੱਛਾ, ਜਿੰਨੀ ਦੇਰ ਤੱਕ ਆ ਜਿਹੜੀ ਕਾਤਲਾਂ ਵਾਲੀ ਫੈਮਿਲੀ ਹੈ ਇਹ ਨਹੀਂ ਸੀ ਰਲੀ, ਉਨੀ ਦੇਰ ਤੱਕ ਉਹ ਆਪਣੇ ਬੱਚਿਆਂ ਨਾਲ ਬੀਵੀ ਨਾਲ ਖੁਸ਼ੀ ਖੁਸ਼ਹਾਲੀ ਰਹਿ ਰਹੇ? ਬਿਲਕੁਲ ਖੁਸ਼ਖੁਰਮ ਰਹਿ ਰਹੇ ਸੀਗੇ, ਅੱਛੀ ਜ਼ਿੰਦਗੀ ਗੁਜ਼ਾਰਤਾ ਸੀ। ਸਾਡੇ ਨਾਲ ਕਾਫੀ ਯਾਨੀ ਕਿ ਤਲੁਕਾਤ ਸੀਗੇ, ਆਪਣੇ ਰਿਸ਼ਤੇਦਾਰੀ ਦੀ ਬਣਾ ਤੇ ਖੁਸ਼ ਖਲਾਕ ਇਨਸਾਨ ਸੀਗਾ। ਜਿੱਥੇ ਮਾਹੌਲ ਬਣਦਾ ਸੀਗਾ, ਗੈਦਰਿੰਗ ਜਿੱਥੇ ਹੁੰਦੀ ਸੀਗੀ ਤੇ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਸੀ। ਕਿੱਦਾਂ ਦਾ ਮਤਲਬ ਇਹ ਇੱਕ ਤਾਇਆਜ਼ਾਦ ਭਾਈ ਦਾ ਇੱਕ ਭਾਈ ਦੇ ਬਾਰੇ 'ਚ ਕਮੈਂਟ ਹੈ, ਜਾਂ ਫਿਰ ਉਹ ਬਹਿਸੀਅਤ ਇਨਸਾਨ ਵਾਕਈ ਇੱਦਾਂ ਸੀ ਕਿ ਗਲੀ ਮਹੱਲੇ ਦੇ ਵਿੱਚ ਵੀ, ਆਂਢ ਗੁਆਂਢ ਵੀ, ਦੋਸਤ ਅਹਬਾਬ ਰਿਸ਼ਤੇਦਾਰਾਂ 'ਚ ਜਿੱਥੇ ਕਿਸੇ ਦੀ ਕੋਈ ਤਕਲੀਫ ਵੇਖੀ ਨਾ ਹੱਸ ਕੇ ਪਹੁੰਚੇ? ਬਿਲਕੁਲ, ਜਿੱਥੇ ਕਿਤੇ ਟੱਕਰਦਾ ਹੁੰਦਾ ਸੀ ਜਾਂ ਕਿਸੇ ਦੇ ਘਰ ਜਾਂਦਾ ਹੁੰਦਾ ਸੀਗਾ, ਬਿਲਕੁਲ ਇੱਕ ਖੁਸ਼ ਅਖਲਾਕ ਰਵੱਈਆ ਸੀ ਉਹਦਾ, ਹਮਦਰਦੀਆਂ ਕਰਦਾ ਹੁੰਦਾ ਸੀਗਾ, ਲੇਕਿਨ ਬਹੁਤ ਅੱਛੀ ਜ਼ਿੰਦਗੀ ਉਹਨੇ ਗੁਜ਼ਾਰੀ ਹੈ। ਅੱਛਾ ਭਾਈਜਾਨ, ਮੈਨੂੰ ਇਹ ਦੱਸੋ ਕਿ ਜਦੋਂ ਇੱਕ ਬੰਦਾ ਖੁਸ਼ੀ ਖੁਸ਼ਹਾਲੀ ਹੈ ਜ਼ਿੰਦਗੀ ਗੁਜ਼ਾਰ ਰਿਹਾ ਹੈ, ਭੈਣਾਂ ਭਾਈਆਂ ਦਾ ਵੀ ਖਿਆਲ ਰੱਖ ਰਿਹਾ ਹੈ, ਮਾਂ ਦਾ ਵੀ ਖਿਆਲ ਰੱਖ ਰਿਹਾ, ਬੱਚੇ ਵੀ ਅੱਲਾ ਨੇ ਦਿੱਤੇ ਨੇ, ਕੰਪਲੀਟ ਫੈਮਿਲੀ ਹੈ, 2 ਬੇਟੀਆਂ 2 ਬੇਟੇ ਨੇ, ਔਰ ਉਹ ਇੱਕਦਮ ਜਦੋਂ ਆਪਣੀ ਫੈਮਿਲੀ ਤੋਂ ਦੂਰ ਹੁੰਦਾ ਹੈ, ਤਲਾਕ ਵਰਗੇ ਕੰਮ ਤੇ ਚਲਾ ਜਾਂਦਾ ਹੈ, ਤੇ ਤੁਸੀਂ ਭਾਈਆਂ ਨੇ ਰਲ ਕੇ ਉਹਨੂੰ ਸਮਝਾਇਆ ਨਹੀਂ ਕਿ ਵੀਰੇ ਇਹ ਕਿਹੜੇ ਕੰਮ ਨੂੰ ਤੁਰ ਪਿਆ? ਉਦੋਂ ਤੁਹਾਡੇ ਦਿਮਾਗ 'ਚ ਕੋਈ ਘੰਟੀ ਨਹੀਂ ਵੱਜੀ ਕਿ ਯਾਰ ਇਹਨੂੰ ਕੋਈ ਸਾਜ਼ਿਸ਼ ਹੋ ਰਹੀ ਹੈ ਇਹਦੇ ਖਿਲਾਫ, ਇਹ ਕਿਸੇ ਹੋਰ ਪਟੜੀ ਤੇ ਚੜ੍ਹ ਰਿਹਾ? ਸਰ, ਤੁਹਾਡੀ ਗੱਲ ਬਜਾ ਵਾ। ਮੈਂ ਖੁਦ ਜਦੋਂ ਇਹ ਤਲਾਕ ਦੀ ਨੌਬਤ ਆਉਣ ਡਈ ਸੀਗੀ, ਮੈਂ ਕਾਫੀ ਤਕਰੀਬਨ 2-3 ਮਹੀਨੇ ਮੈਂ ਖੁਦ ਜ਼ੋਰ ਲਾਇਆ, ਉੱਧਰ ਵੀ ਜਾ ਰਿਹਾ ਸੀਗਾ, ਇੱਧਰ ਵੀ ਆ ਰਿਹਾ ਸੀਗਾ, ਮੈਂ ਬਚਾਉਣ ਦਿਆਂ ਸੀ ਘਰ ਨੂੰ ਵੀ ਕਿਸੇ ਤਰੀਕੇ ਨਾਲ ਬਚ ਜਾਏ। ਲੇਕਿਨ ਉਹ ਜਿਹੜੀ ਮੁਲਜ਼ਮ ਪਾਰਟੀ ਹੈਗੀ ਆ, ਇਹਨਾਂ ਨੇ ਕੁਛ ਕਰ ਹੀ ਐਸਾ ਦਿੱਤਾ ਸੀਗਾ ਵੀ ਉਹ ਕਿਸੇ ਤੁਲ ਤੇ ਨਹੀਂ ਆ ਰਹੀ ਸੀ। ਕਹਿੰਦੇ ਕਿ ਜਦੋਂ ਇਨਸਾਨ ਦੀ ਮੱਤ ਮਾਰੀ ਜਾਂਦੀ ਤੇ ਫਿਰ ਇੱਕ ਐਸੀ ਪੱਟੀ ਅੱਖਾਂ ਤੇ ਬੰਨੀ ਜਾਂਦੀ ਹੈ ਜਿਸ 'ਚ ਕੋਈ ਸ਼ੈ ਨਜ਼ਰ ਨਹੀਂ ਆਉਂਦੀ। ਬਿਲਕੁਲ ਐਸੇ ਹੋ ਰਿਹਾ ਸੀ ਸਰ, ਵੀ ਇਹ ਗੱਲ ਸੁਣਨ ਨੂੰ ਪਿੱਛੇ ਜਿਹੜੀ ਪਹਿਲੀ ਬੀਵੀ ਸੀ ਉਹਦਾ ਸੁਣਨ ਨੂੰ ਤਿਆਰ ਹੀ ਨਹੀਂ ਸੀਗਾ। ਫਿਰ ਕੋਸ਼ਿਸ਼ ਕਰਕੇ ਮੈਂ 2 ਮਹੀਨੇ ਮੈਂ ਕੋਸ਼ਿਸ਼ ਕੀਤੀ, ਅਰੇ ਕਿਸੇ ਤੋਂ ਨਹੀਂ ਆਇਆ। ਉਸ ਤੋਂ ਬਾਅਦ ਤਲਾਕ ਉਹਨੇ ਦੇ ਦਿੱਤੀ ਸੀ। ਇਹ ਉਹਨੇ ਦੱਸ ਦਿੱਤਾ ਸੀਗਾ ਕਿ ਮੈਂ ਉਧਰੋਂ ਤਲਾਕ ਦੇ ਕੇ ਉਧਰ ਬੱਚਿਆਂ ਨੂੰ ਛੱਡ ਕੇ ਤੇ ਮੈਂ ਇਸ ਘਰ ਵਿਆਹ ਕਰਨਾ? ਬਿਲਕੁਲ, ਇਹ 2 ਮਹੀਨੇ ਦੇ ਅੰਦਰ ਅੰਦਰ ਨਾ ਉਹਨਾਂ ਨੇ ਦੱਸ ਦਿੱਤਾ ਜੀ ਇੱਧਰੋਂ ਤਲਾਕ ਹੋਣੀ। ਉਹ ਪਹਿਲੀ ਬੀਵੀ ਕਹਿ ਰਹੀ ਸੀਗੀ ਵੀ ਇਹ ਦੂਸਰੇ ਪਾਸੇ ਹੁਣ ਰੁਜੂ ਕੀਤਾ ਇਹਨੇ, ਤੇ ਕਹਿੰਦੇ ਮੈਨੂੰ ਛੱਡ ਦੇ, ਫਿਰ ਜਾਂ ਉਹਨੂੰ ਰੱਖ ਲਾ ਜਾਂ ਮੈਨੂੰ ਰੱਖ ਲਾ। ਫਿਰ ਉਹਨੇ ਆਪਣੀ ਪਹਿਲੀ ਬੀਵੀ ਨੂੰ ਛੱਡ ਦਿੱਤਾ ਸੀਗਾ। ਹਾਂ, ਲੇਕਿਨ ਰੋਂਦਾ ਸੀਗਾ, ਛੱਡਣ ਲੱਗਿਆ ਵੀ ਰੋਂਦਾ ਸੀਗਾ। ਮੈਂ ਬੜੀ ਕੋਸ਼ਿਸ਼ ਕੀਤੀ ਵੀ ਦੋਵੇਂ ਰੱਖ ਲਾ, ਉਹ ਕਹਿੰਦੀ ਮੈਂ ਨਹੀਂ ਰਹਿਣਾ ਦੂਸਰੀ ਨਾਲ, ਤੇ ਫਿਰ ਉਹਨਾਂ ਨੇ ਆਪਣੇ ਝਾਂਸੇ 'ਚ ਫਸਾ ਲਿਆ। ਔਰ ਉਹਨਾਂ ਨੇ ਫਿਰ ਫਸਾਇਆ ਇਸ ਤੋਂ ਕਿ ਉਹ ਨਿਚੋੜਨਾ ਚਾਹੁੰਦੇ ਸੀ, ਉਹ ਖਾਣਾ ਚਾਹੁੰਦੇ ਸੀ, ਉਹਨਾਂ ਨੇ ਪੈਸੇ ਖਾਦੇ। ਜਦੋਂ ਇਹ ਉਹਨਾਂ ਨੂੰ ਖਵਾ ਪਿਆ ਰਿਹਾ ਸੀ, ਭਾਈ ਹੁੰਦੇ ਨੇ, ਪੂਰਾ ਫੈਮਿਲੀ ਹੁੰਦੀ ਹੈ, ਮਾਂ ਜੀ ਹੈ ਸਨ, ਸਾਰਿਆਂ ਨੇ ਰਲ ਕੇ ਕਦੀ ਉਹਨੂੰ ਬਹਿ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਵੇਦ ਪੁੱਤਰ, ਇਹ ਜਿਹੜੇ ਕਿਸੇ ਦੇ ਨਹੀਂ ਹੁੰਦੇ ਉਹ ਤੇਰੇ ਵੀ ਨਹੀਂ ਹੋਣੇ, ਤੂੰ ਆਪਣੇ ਨਿਆਣੇ ਛੱਡ ਕੇ ਕੀ ਕਰਨ ਡਿਆ? ਕਦੀ ਮਤਲਬ ਪੂਰਾ ਫੈਮਿਲੀ ਦੀ ਗੈਦਰਿੰਗ ਹੁੰਦੀ ਇੱਕ, ਉਹਨੂੰ ਬਿਠਾ ਕੇ ਕਿਸੇ ਤੋਂ ਸਮਝਾਇਆ? ਸਰ, ਪਹਿਲੀ ਗੱਲ ਇਹ ਵਾ ਵੀ ਉਹਨੇ ਨਾ ਘਰ ਇਹ ਨਹੀਂ ਸੀ ਦੱਸਦਾ ਮੈਂ ਉਹਨੂੰ ਕਿੰਨੇ ਪੈਸੇ ਦੇ ਰਿਹਾ, ਕੀ ਕਰ ਰਿਹਾ ਉਹਦੇ ਨਾਲ, ਕੀ ਨਹੀਂ। ਇਹ ਬਾਹਰੋਂ ਬਾਹਰ ਟ੍ਰਾਂਜੈਕਸ਼ਨਾਂ ਹੋ ਰਹੀਆਂ ਸੀਗੀਆਂ, ਬਾਹਰੋਂ ਬਾਹਰ ਖਾਬੇ ਖਾਦੇ ਜਾ ਰਹੇ ਸੀ, ਸਾਰਾ ਕੁਝ ਬਾਹਰੋਂ ਬਾਹਰ ਹੋ ਰਿਹਾ ਸੀ। ਲੇਕਿਨ ਵਾਲਦਾਨ ਨੇ ਵੀ ਤੇ ਬੀਵੀ ਨੇ ਵੀ ਤੇ ਭੈਣਾਂ ਭਰਾਵਾਂ ਨੇ ਅੱਖਾਂ ਨਹੀਂ ਸੀ ਮੀਟੀਆਂ ਹੋਈਆਂ, ਲੇਕਿਨ ਪਤਾ ਇਹਨਾਂ ਨੂੰ ਚੱਲ ਰਿਹਾ ਸੀਗਾ ਵੀ ਇਹ ਆ ਕੰਮ ਖਰਾਬ ਹੋਣ ਦਿਆ। ਇਸ ਕੇਸ ਦੇ ਦੌਰਾਨ ਜਿਹੜਾ ਵਾ ਉਹ ਸਾਡੀ, ਕਿਉਂਕਿ ਪੁਲਿਸ ਦੇ ਉੱਤੇ ਬੜੀ ਤਨਕੀਦ ਹੁੰਦੀ ਹੈ, ਸਾਡਾ ਕੰਮ ਹੀ ਪੁਲਿਸ ਨੂੰ ਰਿਪੋਰਟ ਕਰਨਾ ਹੈ, ਲੋਕ ਕਦੀ ਬਹੁਤ ਖਫਾ ਹੋ ਜਾਂਦੇ ਨੇ ਪੁਲਿਸ ਕੋ। ਇਸ ਸਾਰੇ ਕੇਸ 'ਚ ਭਾਈ ਦੀ ਗੁੰਮਸ਼ੁਦਗੀ ਤੋਂ ਲੱਗ ਕੇ ਤੇ ਉਹਦੀ ਡੈੱਡ ਬਾਡੀ ਰਿਕਵਰ ਹੋਣ ਤੱਕ ਔਰ ਮੁਲਜ਼ਮਾਂ ਦੀ ਗ੍ਰਿਫਤਾਰੀ ਤੱਕ
ਤੁਸੀਂ ਪੁਲਿਸ ਦਾ ਰਵੱਈਆ ਕਿੰਝ ਦਾ ਦੇਖਿਆ? ਤੁਹਾਡੇ ਨਾਲ ਕੋਆਪਰੇਟ ਕੀਤਾ ਹੈ, ਨਹੀਂ ਕੀਤਾ? ਪੁਲਿਸ ਨੇ ਤੰਗ ਕੀਤਾ ਹੋਵੇ ਕਿਤੇ, ਜਾਂ ਕੋਈ ਡਿਮਾਂਡ? ਜ਼ਾਹਰੀ ਗੱਲ ਹੁੰਦੀ ਹੈ ਕਿ ਜੀ ਅਸੀਂ ਰੇਡ ਕਰਨਾ ਹੈ, ਅਸੀਂ ਬੰਦੇ ਫੜਨ ਜਾਣਾ ਹੈ, ਸਾਡੀਆਂ ਗੱਡੀਆਂ 'ਚ ਤੇਲ ਹੈ ਨਹੀਂ, ਲਾਈਕ ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਲੋਕ ਕਰਦੇ ਨੇ, ਤੁਸੀਂ ਪੁਲਿਸ ਨੂੰ ਕਿਸ ਤਰ੍ਹਾਂ ਦਾ ਪਾਇਆ? ਸਰ ਪਹਿਲੇ ਦਿਨ ਤੋਂ ਲੈ ਕੇ ਨਾ ਹੁਣ ਤੀਕਰ, ਪਹਿਲੇ ਦਿਨ ਤੋਂ ਲੈ ਕੇ ਸਾਡੇ ਨਾਲ ਐਸਪੀ ਸਾਹਿਬ, ਐਸਐਚਓ ਸਾਹਿਬ, ਤਫਤੀਸ਼ੀ ਸਭ ਨੇ ਸਾਡੇ ਨਾਲ ਕੋਆਪਰੇਟ ਬਹੁਤ ਅੱਛਾ ਕੀਤਾ। ਅਸੀਂ ਵੀ ਉਹਦੇ ਨਾਲ ਜਿੱਥੇ ਜਿੱਥੇ ਉਹ ਕਹਿੰਦੇ ਸੀਗੇ ਵੀ ਫਲਾਨੀ ਜਗ੍ਹਾ ਜਾਣਾ, ਅਸੀਂ ਵੀ ਉਹਨਾਂ ਨੂੰ ਨਾਲ ਸਾਥ ਜਾਂਦੇ ਹੁੰਦੇ ਸੀਗੇ ਤੇ ਬਹੁਤ ਅੱਛਾ ਕੋਆਪਰੇਟ ਕੀਤਾ। ਰਾਣਾ ਮਕਸੂਦ ਸਾਹਿਬ, ਬਾਸ ਸਾਹਿਬ ਨੇ ਵੀ ਬੜੀ ਐਫਰਟ ਸੀ। ਬਾਸ ਸਾਹਿਬ ਦੇ ਕੋਲ ਪਹਿਲੇ ਤਫਤੀਸ਼ ਸੀਗੀ, ਉਹਨਾਂ ਨੇ ਬਹੁਤ ਜ਼ਿਆਦਾ ਐਫਰਟ ਕੀਤੀ। ਉਸ ਤੋਂ ਬਾਅਦ ਰਾਣੇ ਮਕਸੂਦ ਸਾਹਿਬ ਕੋ ਆ ਗਈ, ਇਹਨਾਂ ਨੇ ਵੀ ਕੋਈ ਲਚਕ ਨਹੀਂ ਦਿਖਾਈ। ਐਸਪੀ ਸਾਹਿਬ ਵਿੱਚੋਂ ਸਖਤੀ ਵੀ ਕਰ ਰਹੇ ਸੀਗੇ ਵੀ ਮੁਲਜ਼ਮਾਂ ਨੂੰ ਕਿਸੇ ਤਰੀਕੇ ਨਾਲ ਟਰੇਸ ਹੋ। ਅੱਲਾ ਦਾ ਹੁਕਮ ਮਿਲਦਾ ਹੈ ਜੀ, ਅੱਲਾ ਪਾਕ ਨੇ ਗੈਬ ਤੋਂ ਮਦਦ ਕੀਤੀ। ਲੇਕਿਨ ਜਿੱਦਾਂ ਮੁਲਜ਼ਮਾਂ ਨੇ ਉਹਨਾਂ ਨੂੰ ਬੇਦਰਦੀ ਦੇ ਨਾਲ ਕਤਲ ਕੀਤਾ ਸੀਗਾ ਨਾ, ਉਹਨਾਂ ਨੇ ਸਬੂਤ ਜਿਹੜੇ ਨਾ ਖ਼ਤਮ ਕਰ ਦਿੱਤੇ ਸੀਗੇ। ਅਗਰ ਇਹ ਸਬੂਤ ਨਾ ਮਿਲਦੇ ਅਸੀਂ ਕਾਸੇ ਜੋਗੇ ਵੀ ਨਹੀਂ ਸੀਗੇ। 20-22 ਦਿਨ ਅਸੀਂ ਟਰੇਸ ਦੇ ਰਹੇ ਸਾਰਾ ਕੁਝ। ਸਾਡੇ ਨਾ ਪੁਲਿਸ ਦੀ ਸਮਝ 'ਚ ਕੋਈ ਗੱਲ ਆ ਰਹੀ ਸੀਗੀ, ਨਾ ਸਾਡੀ ਸਮਝ 'ਚ। ਅੱਲਾ ਪਾਕ ਨੇ ਰਹਿਮਤ ਕੀਤੀ। CCTV ਕੈਮਰੇ ਚੈੱਕ ਕੀਤੇ, ਉਹਨਾਂ ਵਿੱਚ ਕੁਛ ਨਾ ਕੁਛ ਸਾਨੂੰ ਫਿਰ ਸੁਰਾਗ ਲੱਗਾ, ਫਿਰ ਪਹੁੰਚੇ ਮੁਲਜ਼ਮਾਂ ਤੱਕ। ਤੁਸੀਂ ਮੁਤਮਿਨ ਹੋ ਹੁਣ ਤੱਕ ਦੀ ਕਾਰਕਰਦਗੀ ਤੇ ਮੁਤਮਿਨ ਹੋ? ਅੱਗੇ ਕੀ ਕਹਿੰਦੇ ਹੋਗਾ? ਤੁਹਾਡੀ ਆਵਾਜ਼ ਸਾਡੀ CM ਸਾਹਿਬਾਂ ਤੱਕ ਜਾ ਰਹੀ ਹੈ, IG ਸਾਹਿਬ ਤੱਕ ਜਾ ਰਹੀ ਹੈ, ਕੀ ਕਹਿਣਾ ਚਾਹੋਗੇ? ਔਰ ਹੁਣ ਤੱਕ ਦੀ ਕਾਰਵਾਈ ਤੋਂ ਤੁਸੀਂ ਮੁਤਮਿਨ? ਬਿਲਕੁਲ ਹੁਣ ਤਿੱਕਰ ਤੇ ਪੁਲਿਸ ਨੇ ਸਾਡੇ ਨਾਲ ਬਹੁਤ ਅੱਛਾ ਕੋਆਪਰੇਟ ਕੀਤਾ। ਰਾਤ ਨਹੀਂ ਦੇਖਿਆ, ਦਿਨ ਨਹੀਂ ਦੇਖੀ। ਜਦੋਂ ਸਾਡੀ ਕਾਲ ਜਾਂਦੀ, ਜਦੋਂ ਅਸੀਂ ਇੱਕ ਐਂਬੂਲੈਂਸ ਸੀਗੇ, ਰਾਤ ਦੇ 2-2 ਵਜੇ ਤੱਕ ਵੀ ਅਸੀਂ 1-1 ਵਜੇ ਤੱਕ ਵੀ ਥਾਣੇ ਡਿਸਕਸ ਕਰਦੇ ਰਹੇ। SHO ਸਾਹਿਬ ਵੀ, ਤਫਤੀਸ਼ੀ ਵੀ, ਹੁਣ ਕੀ ਕਰਨਾ ਚਾਹੀਦਾ ਵਾ, ਮੁਲਜ਼ਮ ਕਿਹੜੇ ਹੋਣੇ, ਕਿੱਦਾਂ ਫੜੀਏ, ਕਿੱਦਾਂ ਕਰੀਏ, ਬਹੁਤ ਐਫਰਟ ਕੀਤੀ। ਤੇ ਨੈਕਸਟ ਵੀ ਸਾਡੇ ਨਾਲ ਤਾਵਨ ਹਾਲੇ ਤੱਕ ਕਰਨ ਦਾ ਹੈ। ਆਲਾ ਹੁਕਾਮ ਨੂੰ ਕੀ ਕਹੋਗੇ? CM ਸਾਹਿਬ ਅਗਰ ਤੁਹਾਨੂੰ ਸੁਣ ਰਹੀਆਂ ਨੇ ਤਾਂ ਕੀ ਪੈਗਾਮ ਦੇਣਾ ਚਾਹੁੰਦੇ? ਸਾਹਿਬ ਸਾਡੀ ਰਿਕੁਐਸਟ ਹੈ ਵੀ ਸਾਨੂੰ ਇਨਸਾਫ ਦਿਲਾਇਆ ਜਾਏ, ਇਹਨਾਂ ਨੂੰ ਕਾਫੀ ਕਰਦਾਰ ਤੱਕ पहुँचाया जाए। नाज़रीन इकराम, गुफ्तगू सुनी आपने मकतूल के तायाजाद भाई की, और इनका ये कहना था कि इनके भाई को एक बाकायदा मुनज़्ज़म साजिश के तहत अपने ट्रैप में फंसा कर उनका माल दौलत खाने के बाद उन्हें प्लान्ड मर्डर किया गया है। और आला हुकाम से वज़ीर आला पंजाब से उन्होंने ये दरख्वास्त की है कि इन्हें फ़ौरी इंसाफ दिया जाए और मुलज़मान को ऐसी कड़ी सज़ा दी जाए कि आइंदा वो किसी का घर ना उजाड़ सके। नाज़रीन इकराम, टीम मुजरिम कौन आज जिस वाक़े पे, जिस हादसे पे, जिस केस पे बात कर रही है वो इतना कॉम्प्लिकेटेड और गंभीर है कि जिसकी गुत्थियां सुलझाने में शायद काफ़ी वक्त लग जाता। लेकिन थाना फैक्ट्री एरिया पुलिस ने अपनी पेशा महारत से इस केस को बिल्कुल नीट एंड क्लीन तरीके से रिज़ॉल्व किया। नाज़रीन इकराम, ये वो केस है जिसमें फैसलाबाद के 4 मुख्तलिफ पुलिस स्टेशंस किसी न किसी तरीके से इन्वॉल्व हुए। इस वाक़े में इस्तेमाल होने वाली बाइक थाना D टाइप से रिकवर की गई, डेड बॉडी थाना साइयावाला से रिकवर हुई। लेकिन सारी मेहनत, टीम वर्क और जो मुद्दईयान हैं, मुलज़मान हैं, उनका ताल्लुक़ थाना फैक्ट्री एरिया से था। थाना फैक्ट्री एरिया की टीम ने दिन रात एक करके इस पेचीदा केस को कैसे सॉल्व किया। हमारे साथ इंस्पेक्टर रियाज उठवाल मौजूद हैं, SHO हैं थाना फैक्ट्री एरिया के। रियाज भाई से पूछते हैं कि ये मामला क्या है, और एक सर कटी लाश जो सोशल मीडिया पे जिसने हाइप पकड़ी, वो क्या मामला था, रिपोर्ट कैसे हुआ, कैसे डेवलपमेंट्स हुई। नाज़रीन इकराम, रियाज भाई से जानते हैं। अस्सलाम वालेकुम रियाज भाई, बहुत शुक्रिया आपके वक्त का। ये बहुत पेचीदा और इतना कॉम्प्लिकेटेड केस है जिसे आपने ऐसे सॉल्व किया जैसे आपके लिए ये कोई रोज़मर्रा की रूटीन है। हुआ क्या था, कैसे रिपोर्ट हुआ, कैसे डेवलपमेंट्स हुई? बहुत शुक्रिया भाई, आज तशरीफ़ लाए थाने। ये एक वाकई ये केस बहुत कॉम्प्लिकेटेड और बड़ा मुश्किल था। और जब ये इसकी लाश दसाइयाँ इलाके से बरामद हुई थी तो इंसानियत के लिए बड़ा एक धचका था कि ये पुराना दौर याद आ जाता है कि लोग उस वक़्त लोगों की गर्दनें उड़ा देते थे। ये 10 अप्रैल को हमें एक दरख्वास्त मसूल होती है, एक बंदा थाना आकर कहता है कि मेरा भाई एक जवेद इकबाल है, रैशी वो लाल मिल चौक है, वो एक दिन से गायब है। तो हमने उसकी जो फौरी तौर पर हमारी जो डायरेक्शन है अफसरान की तरफ से, IG साहब और CPO साहब, RP साहब की तरफ से फौरी इसकी कार्रवाई करनी, हमने फौरी इसका FIR दर्ज की।
FA درج کرنے کے بعد اس کے ہم تمام جو ضروری لوازمات وہ پورے کر دیے، لیکن اس کے متعلق ہمیں اس کا نمبر جو بند تھا کوئی معلومات موصول نہ ہوئی کہ اس کا یہ بندہ کدھر گیا ہے. اس کے بعد ہم نے تمام اس کے کیمرہ جات متعلقہ سیف سٹی سے، اس کے علاوہ باقی جو ہمارے لوکل کیمرہ جات ان کو چیک کیے، لیکن ہمیں کوئی کلو نہ اس کا ملا. اس پہ ہم کافی ورک کرتے رہے، لیکن اس کے متعلق ہمیں کوئی انفارمیشن نہ ملی. اس کے رشتہ داروں سے، اس کے دوستوں یاروں سے، تمام کو ہم نے انٹروگیشن کیا، لیکن ہمیں کوئی اس کا کلو نہیں ملا. اور ہمیں جیسے جیسے یہ اس کا دن آگے جاتے رہتے ہمیں تھوڑا پریشان ہوتے جاتے تھے کہ بندہ نہیں مل رہا ہے تو اللہ نہ کرے کوئی مس ہیپ ہو گیا ہو. تو اس سلسلے میں ہم نے دن رات ہماری ٹیم جو ہے ہمارے SSO کے انچارج باسط صاحب میں وہ اور ہماری ٹیم کوشش کرتی رہی. تو اس کے بعد اس کا کیس میں کافی چیزیں کمپلیمنٹڈ بھی آئی ہیں. ریاض بھائی، ابتدا میں یہ کیس صرف ایک گمشدگی کا تھا کہ ایک شخص ہے جو گزشتہ روز سے لاپتہ ہے، گھر سے نکلا ہے اور پھر ابھی تک واپس نہیں آیا، اور پولیس ابھی تک صرف ان خطوط پہ کام کر رہی تھی کہ کہاں جا سکتا ہے. رشتہ داروں کو، دوست احباب کو جو ہے وہ چیک کیا جا رہا تھا، انٹروگیٹ کیا جا رہا تھا. کیا اس وقت یہ وہم، جب یہ رپورٹ ہوا اس وقت وہم و گمان میں بھی نہیں تھا کہ یہ اس سلسلے کی کڑی بن جائے گی جو کہ پورے ضلع کے لیے ایک پریشانی بنا ہوا؟ بالکل، ہمیں اس کے بارے علم نہیں تھا کہ یہ لاش برآمد ہوئی، یہ بندہ ہے، ایک اور بندہ ہے. ہم تو صرف اس کی وہ تلاش کر رہے تھے کہ ہو سکتا ہے کہ یہ اپنے گھر والوں سے لڑ کے گیا ہو، اور یا اپنے اس کے علاوہ اس کی 2 بیویاں تھیں، اس نے دونوں کو طلاق دی ہوئی تھی. وہ اس سلسلے میں ہم کہتے ہیں ہو سکتا ہے کہ وہ کسی کے ساتھ چلا، لیکن اس کا مطلب یہ پتہ چلا تھا کہ یہ شکاری آدمی ہے، اکثر یہ بیرون شہر چلا جاتا ہے اور 10 دن آتا نہیں ہے. ہمیں شاید یہ کبھی شبہ ہو سکتا ہے کہ وہ پرندوں کا شکار کرتا ہے، مچھلی کا شکار کرتا ہے، ہو سکتا ہے کہ وہ شکار کے لیے آؤٹ آف سٹی چلا گیا ہو. ہم ویٹ کرتے رہے، ان کو بھی کہا کہ آپ کوشش کریں، ان کے دوست جہاں جاتا ہے ادھر ہم نے ٹیمیں بھیجیں، لیکن اس کے متعلق ہمیں کچھ نہ پتہ چلا. یہ جو لاش ملی تھی سائیں والا کے 10 اپریل کو، اس کے متعلق بالکل کوئی نہیں پتہ تھا کہ یہ ہو سکتا ہے بندہ. یہ تو بعد آہستہ آہستہ کام کر. بھائی، ہم نے گزشتہ کچھ دنوں میں کچھ ایسے کیسز دیکھے جس میں جو ہے ان نون ڈیڈ باڈیز ملتی ہیں اور پولیس ان کے فنگر پرنٹس کے ذریعے جو ہے وہ ان کے ایڈریس تک پہنچ جاتی ہے. تھانہ کھڑیا والا میں ایک ایسا کیس ہم نے دیکھا کہ وہ ایک شخص تھا، بزرگ تھا، اس کی ڈیڈ باڈی سیم نالے میں سے ملی اور وہ فنگر پرنٹس کے ذریعے پولیس ان تک. کیا یہ سائیں والا سے جو ڈیڈ باڈی ملی جس کا سر موجود نہیں تھا، کیا اس کا وہ جو ہمارے ڈیٹا بیس میں کوئی ریکارڈ نہیں آیا؟ نہیں، بالکل وہ آپ کی بات ٹھیک ہے. میں بھی جب کھوڑا والے میں تھا تو ادھر ہمیں ایک ملی تھی 70 لوکے میں ایک ڈیڈ باڈی ملی تھی، اس کو فائر لگا ہوا تھا. اس کو بھی ہم نے اس شناخت جو فنگر پرنٹ سے کروائی تھی اس کی شناخت ہو چکی تھی. بعد میں ہم نے بندے کو اریسٹ کر لیے اور ان کو چلان کیا. اس کے متعلق یہ کہ انہوں نے فنگر پرنٹ لگوائے، تمام ضروری لوازمات کی، لیکن یہ اس کے متعلق کوئی ڈیٹا میں اس کا کوئی ریکارڈ نہیں ہے. حالانکہ اس کا شناختی کارڈ بنا ہوا تھا، اس وقت فنگر پرنٹ صحیح نہ لگے ہوں یا کچھ مسئلہ ہو گیا ہو. ریاض بھائی، آپ پولیس کے ان آفیسرز میں ہیں. ہماری اطلاع کے مطابق ہم نے بہت سارے پروگرامز کور کیے اور ہم یہ دعوے سے کہہ سکتے ہیں کہ اس وقت فیصل آباد کے تقریباً 45 پولیس اسٹیشنز میں آپ وہ آفیسر ہیں جو بلائنڈ مرڈر ٹریس کرنے میں ماسٹر سمجھے جاتے ہیں. یہ چیلنج سٹارٹ گمشدگی سے ہوا تھا. جب اگلا دن گزر گیا، آپ نے جو ہے وہ دوست احباب سے پوچھ لیا، تو کیا پھر جب پریشانی بڑھی تو پھر وہ ٹیکنیکل ذرائع کی جانب جانا شروع کیا کہ اس کی موبائل لوکیشن یا اس کے جو کال ریکارڈز ہیں ان کو چیک کیا جائے؟ یہ تمام ہم نے چیزیں 2-4 دن میں مکمل کر لی ہے، CDR اس کی دوستوں یاروں سے، لیکن ہمیں اس کے متعلق کوئی کلو نہ ملی تھی. کچھ ہمیں نے یہ شک پڑا کہ یہ کہ گھر ہے، یہ ایک ارشاد نام کا بندہ ہے، یہ اسی کے محلے میں رہتا ہے، اس کے ساتھ اس کی دوستی سی، وہ اکٹھے مچھلی پکڑتے تھے، شکار کرتے تھے. تو ہم نے اس کو سسپیکٹ طور پہ ان کو شامل تفتیش بھی کیا، انٹروگیشن کے لیے اس کو کیا، اور انہوں نے مدعیوں کے سامنے بھی کیا، لیکن انہوں نے کہا کہ مجھے نہیں، میرے پاس تو شام کو آیا تھا، واپس چلا گیا، مجھے اس کے بارے علم نہیں ہے. لیکن اس میں جب ہم 3-4 دفعہ اس کو بلایا تو اس میں ایک نیچے ایک ٹوسٹ کہانی میں آ گیا کہ ایک انہوں نے اپنی ایک بیٹی کے نام، فضا بی بی کے نام ایک درخواست تھانے میں دے دی ہمیں کہ میری بیٹی کے ساتھ وہ جو بندہ مغوی ہے جوید اقبال، وہ زنا کرتا رہا ہے، 3-4 مہینے پہلے زنا کیا اس نے. ادھر یہ شخص گم ہوتا ہے اور 2-4-5 دن کے بعد یہ کیس سارٹ آؤٹ ہونے سے پہلے جو ملزمان ہیں وہ خود ہی چور کی داڑھی میں تنکا کے مصداق جو ہے وہ ایک اپلیکیشن اسی کے نام، مقتول کے نام پہ جو ہے وہ دے دیتے ہیں. اس کو الزام جو ہے الہی ٹھہراتے ہیں کہ اس نے ان کی بیٹی کے ساتھ ریپ اٹیمپٹ یا ریپ کیا. بالکل ایسے نے جب درخواست تھی تو ہم تھوڑا سا شاک ہوئے کہ یہ بندہ آلریڈی ویسے مسنگ ہے، مل نہیں رہا. تو ہم اس کے متعلق ایک زنا کا پرچہ دینے بھی غلط بات ہے. اس چیز کی ہم نے متعلقہ اپنے SP صاحب اقبال ٹاؤن صحیح صاحب کو فری کین کو پیش کیا. میں نے بھی سنا، انہوں نے کہا کہ تفصیل اس کی ویریفائی کر لیں، ایک بندہ ویلی آلریڈی مل نہیں رہا. تو یہ کہتے ہیں یہ 3 مہینے پہلے قبل اس کا ریپ ہوا تو اس نے پہلے درخواست کیوں نہیں دی اس وقت؟ ٹریس کرنے کے لیے ایک اگنیشن پوائنٹ کی ریاض بھائی ضرورت ہوتی ہے. کیا یہ وہ اگنیشن پوائنٹ تھا؟ اس نے کان کھڑے کیے، اس نے آپ کو سوچنے پہ مجبور کیا کہ یہ روٹین سے ہٹ کے ہے، ادھر جو ہے وہ رخ کیا جائے.
बिल्कुल, हमें एक तो ये पॉइंट मिल गया, इसके अलावा हमने ये उसकी सीसीटीवी फुटेज काफ़ी मौसूल हुई है। हमने सेफ सिटी से लोकल कैमरा जाते, उसकी सीडीआर जो है वो जाकर उधर बंद हो जाती है जुमरा की तरफ। वो हमें थोड़ा डाउट हुआ कि जुमरा की तरफ ये जाते रहते हैं उधर को मछली पकड़ने के लिए। एक दूसरी बात ये होगी, इसके अलावा हमें इसका जो बेटा है वो उसके साथ जब जाता है कनार रोड पे, उसकी एक फुटेज आ जाती है उधर। ये फुटेज में ये जो मगवी है वही नीचे उतर के फ़ोन सुनता है, एक मोबाइल फ़ोन। उसकी सीडीआर और मोबाइल फ़ोन की टाइमिंग एक ऐसी होती है। वो हम चेक करते हैं, ये बंदा तो वही है जो मगवी है, लेकिन इसके जो पीछे बंदा बैठा है ये कौन है। हम इसको इंटरोगेशन करें तब पता चला कि ये किधर जा रहे हैं जी। तो जब हमने इसकी बाद में काफ़ी मेहनत की, इसका पता किया, तो पता चला कि ये अरशाद का एक बेटा है अरसलान, तो जिनके कारण इनका आना जाना था। उसको हमने जब ये हमने तफ्तीश किया तो उसने इंटरोगेशन के दौरान तमाम हमें इंकशाफात किए हैं और बड़े हौलनाक इंकशाफ किए हैं, जिससे हमारे भी रोंगटे खड़े हो गए कि हमने इसको कैसे ले जाकर कैसे क्या किया। क्या इन्होंने फिर किस तरह से डिस्क्लोज़ किया? और जो इरशाद है, जो इसमें अरसलान, इरशाद, ये पूरी फैमिली है एक तरह से, और इस फैमिली ने जैसे को एलेज किया इसको कि जी हमारे घर पे हमारी, ज़ाहिर है इन्होंने इस कत्ल को जस्टिफाई करने के लिए गैरत के नाम पे का रंग देने की कोशिश की होगी कि हमने हमारी बेटी के साथ ये करता था। बेसिकली बुनियादी तौर पे जो आपकी फाइंडिंग्स थी, जिस तरफ आप लेके चले इसको और जिस तरह आप पहुँचे और जिस तरह फिर डेड बॉडी और उसकी जो बाकियात थी, ये चीज़ें, ये मरहले किस तरह तय हुए? जब जिसको उसके बेटे को हमने गिरफ़्तार किया तो उसने इंटरोगेशन के दौरान हमें बताया कि हमने ये जब ये मिस हुआ है 9 अप्रैल को, तो उसने इनको धमकी दी है घर में, अगर आपने अपनी बेटी का 10 तारीख को मुझे निकाह करके ना दिया तो मैं जो आपने मुझसे पैसे लिए हुए हैं और उसकी मुझे कुछ तस्वीरें हैं मैं वो वायरल कर दूंगा और मल्ले में आपको बेइज्जत करूंगा। इसलिए ये परेशान हो गए। इन्होंने अब सलाह मशवरा किया कि इसको अब पक्का ठिकाने लगा देते हैं, इसका शक नहीं पड़ेगा। तो उन्होंने इसको बहाने से इसको कहा कि मछली पकड़ने जाते हैं, उधर साई वाला तालाब है जो पहले भी जाते रहते थे। उसने ये मोटरसाइकिल भी और बेटे को साथ बिठाया, आप पीछे ये रक्शे पे चला गया। आगे जाकर ये गट वाला ये इकट्ठे हो गए तीनों, उधर जाकर उन्होंने तमाम ने कपड़े उतारे हैं मछली पकड़ने के बहाने, और उसको जब कपड़े उतार दिए तो पीछे से जो इसका अरशाद मुलज़म, इसने उसको बर्ची सर में मारी है। उसने अपना डिफेंस किया, उसको हाथ पे लगे, मुख्तलिफ जिसम पर आई हैं चोटें, लेकिन उसके बाद गिर गया है। बाद में इसके जो वालिद अरशाद, इन्होंने इसको वो बर्ची से इसका गला काट दिया। सर तन से जुदा जिसे कहते हैं कि बॉडी अलग है सर अलग है। बिल्कुल, ये उसका अलहदा सर कर दिया, और सर सिर्फ अलहदा नहीं किया, उसका सर को शापर में डाला है, उसके कपड़े जो है उसको शापर में डाले हैं, उसका मोटरसाइकिल लिया है और उसको उधर छोड़ कर रात इशा तकरीबन बाद का टाइम है, उधर उसको लाश को लावारस छोड़ के खेतों में फेंक कर ये वापस ये फैसलाबाद की तरफ आने लगे हैं। तो रास्ते में इन्होंने जुमरा के नज़दीक इन्होंने एक नहर के किनारे ये जो उसका सर है उसका और उसके जो कपड़े हैं उसको जो उधर झाड़ियों फेंक दिया नहर के साथ, और जो उसका जो मर्ची वगैरह है और खून लोद ये चीज़ें उधर फेंक दिया, और ख़ुद मोटर उसका मोटरसाइकिल लेकर डी टाइप इलाके में आएगा, उधर लवारस छोड़ दिया है और ख़ुद रात वो रक्शे पे बैठ के ये घर आ गए। ना इन्होंने अपनी तरफ से परफेक्ट क्राइम जो है रियाज भाई वो कमिट किया है कि ये रहने वाले यहाँ के हैं, यहाँ पे सारा प्लान किया गया, यहाँ पे सारा केस हुआ, लेकिन इन्होंने किस तरह से फैसलाबाद पुलिस को घुमाया है कि थाना साइयांवाला में जाके इसको मर्डर किया गया, इसका सर जो है वो थाना चक झुमरा के इलाके में फेंका गया, इसकी बाइक जो है उसको डिस्पोज ऑफ करने के लिए थाना डी टाइप का। क्या इनके दिमाग में ये होगा कि ये मुख्तलिफ थानों की पुलिस है, हम इनको उलझाए रखेंगे और शायद हम बच जाएंगे? ये इनका बड़ा प्लानिंग थी, ये लगते तो मासूम से, लेकिन इनकी जो प्लानिंग है ये बड़ा शातिराना तो इन्हें ये रवैया इस्तेमाल किया है इन्हें पुलिस को डाश करने के। उसके कपड़े उतारे ताकि उसकी शनाख्त ना हो, कपड़ों की शनाख्त ना हो बंदे की। इसके अलावा उसका सर भी इसलिए लहदा कर दिया है, लहदा फेंका है कि उसकी बॉडी की शनाख्त ना हो, ये बंदा कौन है मगर किसी को। और सर भी ऐसी जगह उन्होंने फेंका था, हमारे कम से कम 4 दिन लगे उसको सर से ढूंढने के लिए। हमने तो मुख्तलिफ टीमें तश्कील दी और 4 दिन हम उस नहर के किनारे हम तलाश करते रहे, और 4 दिन बाद हमें ये उसकी जो खोपड़ी है और जो कपड़े वो चीज़ें हमें उधर से मिली हैं क्राइम सीन के साथ। तो इसने अपनी तरफ से पूरी कोशिश की है कि हमें कोई ऐसा क्लू ना छोड़ें ताकि मैं इसमें हमारी फैमिली या मैं खुद फंस ना जाऊँ। लेकिन इंसानी कत्ल है, ये तो नंगा होना होता है 10 दिन बाद या 15 दिन बाद, कभी नहीं चुपता। अच्छा रियाज भाई, अगर ये जो इन्होंने आपने बताया कि शापर में आला कत्ल भी था, खोपड़ी भी थी, इनके कपड़े भी थे, ये अगर नहर में, क्योंकि नहर चल रही होती है उस स्पीडी होती है, ये अगर इसको नहर में फेंक देते और वो कहीं बह के आगे कहीं वो डिजकोट साइड और जिस तरह से होती है कि मुख्तलिफ ये एरिया क्लियर कर जाती, क्या
پھر زیادہ کمپلیکیٹ ہو جانا تھا کام. یہ اللہ تعالیٰ نے مدد کی آپ کی کہ وہ ادھر جھاڑیوں میں کہیں وہ پھینک کے چلے گئے, نہر کے پانی کے اندر نہیں پھینک. بالکل آپ بات درست کر رہے ہیں. اگر یہ ادھر پھینکتے تھے ہمیں تلاش کرنی پڑتی تھی اور ٹائم 20-25 دن ہو چکے تھے اور ہمیں مشکل, یہ نہر کافی لمبی ہے تو لیکن اس کا معاملہ حل ہو جانا تھا. وہ اس کی ہم نے دفعہ اجازت کر دینی تھی اور اس کے علاوہ اس کی ڈی این اے ہو جانا تھا. لیکن یہ مین کلو تھا, مین ایویڈنس تھی, اس کا سر وہ بہت ضروری تھا. جو زارو انہوں نے یہ اس کا تن سے علیحدہ کیا ہوا تھا اور اس کے علاوہ اس کے کپڑے تھے, اس کی طرح وہ اعلیٰ قتل تھا, تو وہ چیزیں بہت ضروری تھی. لیکن اللہ تعالیٰ مدد کی, انہوں نے ظلم کیا اور اللہ تعالیٰ نے اس کو ظلم کا انہوں کے لیے یہ ننگا کر دیا ان کو, اور اس نے غلطی کر دی جس کی وجہ سے ملزمان کو آپ نے ظاہر ہے انٹروگیٹ بھی کیا ہوگا, ان سے بات چیت بھی کی ہوگی. کیا اسی بات کو پلی بناتے ہیں وہ ان کے پاس اس کو جسٹیفائی کرنے کے لیے ایک ہی جو ہے وہ آرگیومنٹ ہے کہ جی وہ ہماری بیٹی کا ایشو ہے اور بیٹی پہ نظر رکھتا تھا یا بیٹی سے شادی کرنا چاہتا تھا, یا اس کے پیچھے کوئی لین دین, کوئی پیسہ, کوئی اس طرح کا معاملات بھی آپ دیکھتے ہیں؟ یہ عنصر تو ایک علیحدہ ہے نا, جو اس کی بیٹی کے ساتھ رضامندی سے وہ کہتے تھے کہ شادی آپ کو ہم کر دیتے ہیں. وہ تیار بھی تھے, بیٹی بھی تیار تھی, یہ بھی تیار تھے, لیکن وہ انہوں نے اس حوالے سے ان کے پیسے بھی لیے ہوتے ہیں, ان کو پیسے وہ دیتا رہتا تھا اکثر. تو وہ یہ روزانہ آئے دن لیت اللہ سے کام لیتے تھے, آج کرتے ہیں, 10 دن بعد کرتے ہیں, 15 دن بعد کرتے ہیں. اس نے ان کو الٹیمیٹم دیا, اگر آپ نے نہیں کرنا مجھے جواب دے دیں, میرے پیسے واپس کر دیں, اور جو اپنے اس کے علاوہ جو میرے پاس تصویریں موبائل کو اس حوالے کا بھی ہمیں یہ بیست کرے گا محلے میں اور چوک میں لوگ بدنام کریں گے. اس لیے انہوں نے یہ فیصلہ کیا کہ اس کو مکمل طور سے فائر کر دیتے ہیں, نہ کسی کو پتہ چلے گا. اور تمام جو جرم کیا ہے اس کا ایسا جرم انہوں نے ایسا کیا ہے تاکہ کسی کو ثبوت بالکل نہ چھوڑیں, کہ ہمارا پتہ نہیں چل سکے کہ ہم نے یہ کوڑا کر دیا ہے. بھائی رپورٹ ہونے سے لے کر ملزمان کی گرفتاری تک تقریباً 20 دن آپ بتا رہے ہیں کہ لگے. 20 دن میں سب سے جو سینسٹیو مومنٹ ہوتا ہے, جو بھاری لمحہ ہوتا ہے, وہ کیا تھا؟ ایک ایس ایچ او پولیس آفیسر کے اوپر, ظاہر ہے ایک وردی کے اندر بھی ایک انسان ہے, ایک درد دل رکھنے والا جیتا جاگتا انسان ہے, دھڑکتا ہوا دل ہے. سب سے جو ہیوی مومنٹ ہے وہ کون سا تھا جب آپ کو لگا ہو کہ یہ میری جو ہے وہ تمام سروس میں اس کیس میں یہ والا مومنٹ جو ہے وہ روٹین سے ہٹ کے؟ بھائی یہ واقعی اچھا کویشچن کیا آپ نے, کہ ظاہر ہمیں انسان ہیں, اس معاشرے کا حصہ ہیں. تو اس میں سب تو پہلے جب یہ لاش ملی تھی اس وقت تو آپ کو میڈیا پہ ہائی پروفائل ہو گئی تھی کہ یہ انسان کی تذلیل ہو گئی ہے. چلو لوگ قتل کر دیتے ہیں, وزیرہ فائر کر دیتے ہیں, لیکن اس کا سر پہلے تن سے جدا کر دینا, یہ 17ویں صدی کا انہوں نے یہ یاد دادی کرا دی. ایک چیز تو وہ اس وقت ہوئی. اس کے بعد جو ہم نے جب یہ ہم نے اس کا سرا تلاش کیا نا, سر اس کا وہ سر جب ملا نا, ہم نے دیکھا اس کو جو پرندے جانور تھے انہوں نے اس کا ماسک پورا کھول گیا اور اس کے بالکل ملی. اس نے بڑا اپنے آپ نے کب کی تاری ہوئی کہ انسان, اللہ تعالیٰ یہ انسان کے ساتھ یہ بھی کر سکتا ہے, اتنا ظلم بھی کر سکتا ہے. وہ لمحہ ہمارے لیے بڑا مشکل تھا, ہماری تمام ٹیم کے لیے. اور جو ادھر جو لوگ ہم نے اکٹھے کیے تھے, فرانسک ٹیم تھی, ہماری تمہاری ٹیم تھی, اور لوگ اکٹھے ہوئے, انہوں نے کہا بڑا ان لوگوں کا آنسو آیا. ان کے جو ورثات تھے, اس کے بھائی تھے, اس کے بھانجے تھے, انہوں نے بڑا رویا جا کے ہمارے بڑے ظلم ہوا. ٹھیک ہے قتل کرنا تو کر دیتے, لیکن یہ چیز ہے انسانیت کے لیے ساری عمر کے لیے ہمارے لیے کہ آپ کو سر کدھر سے ملا ہے, باڈی کدھر سے ملی ہے, کپڑے کدھر سے ملی ہے. یار بھائی بہت آپ کی اس میں محنت شامل ہے. آپ نے واقعی میں یہ ثابت کیا ہے کہ آپ پیشہ ورانہ مہارت کے حامل آفیسر ہیں. یہ جو آپ کی باقی محنت تھی جس میں سر اعلی قتل اور یہ چیزیں بتاتی ہیں کہ آپ نے اس کیس کو جو ہے وہ منطقی انجام تک پہنچانے کے لیے اپنے طور پہ تمام ایویڈنس, تمام شواہد جو ہیں وہ کمپلیٹ کر لیے ہیں. کیا اس بروٹل مرڈر کے ملزمان کو قرار واقعی سزا ہم دلوا پائیں گے؟ اتنے سفیشینٹ ایویڈنس, اتنا مضبوط کیس ہے ہمارا کہ ہم انہیں سزا دلوا پائیں؟ انشاءاللہ جی, ہم نے تمام کو ایسی کوئی غلطی نہیں کرنی ہے یا کوئی ایسا ایویڈنس ہم نے صفحہ چھوڑنا نہیں ہے صفحہ مثل پہ. انشاءاللہ مکمل کیس کریں گے, اس میں تمام جو لوکانزہ پورے کریں گے اور انشاءاللہ اس کو قرار واقعی سزا دلوائیں گے, تاکہ کوئی انسان ایسی کوئی آئندہ فیوچر میں کوئی ایسا نہ قتل کرے جس سے انسانی تذلیل ہو. آپ کا بہت شکریہ. آپ کے لیے, آپ کی ٹیم کے لیے نیک تمنائیں. ناظرین کرام, انسپیکٹر ریاض اٹھوال ایس ایچ او تھانہ فیکٹری ایریا ہمارے ساتھ موجود تھے. تفصیلاً انہوں نے گفتگو کی, ایسے کمپلیکیٹڈ, ایسے پیچیدہ کیس کے بارے میں بتایا جس میں ایک پولیس اسٹیشن کی حدود میں ایک سر کٹی لاش ملتی ہے, جبکہ پیرالل میں اسی تھانہ فیکٹری ایریا میں ایک گمشدگی کی رپورٹ جو ہے وہ درج کروائی جاتی ہے. پولیس کے وہم و گمان میں بھی نہیں ہوتا, کیونکہ وہ جو بغیر سر کی لاش تھی اس کے فنگر پرنٹس یا نادرا ڈیٹا بیس کچھ نہیں بتا پاتا کہ یہ شخص کون ہے. اور یہاں سے گمشدگی کا معاملہ آہستہ آہستہ
पुलिस जो है तमाम अपने दस्तयाब वसाइल को बुरुए कार लाते हुए एक शक, एक क्लू को, उस एक लीड को फॉलो करते हुए न सिर्फ इस कॉम्प्लिकेटेड केस को क्रैक करती है, ट्रेस आउट करती है, बल्कि हकीकी मुल्ज़िमान को न सिर्फ गिरफ़्तार किया जाता है बल्कि इसके तमाम सबूत जो हैं वो भी इकट्ठे कर लिए जाते हैं। मुल्ज़िमान ने अपने तय पूरी कोशिश की कि पूरी फैसलाबाद पुलिस को किसी तरीके से जो है वो मिसलीड किया जा सके। मोटर बाइक किसी पुलिस स्टेशन में खड़ी की गई, डेड बॉडी कहीं डिस्पोज ऑफ की गई, सर जो है उसको कहीं और, वकुआ जो है मतलब जहाँ से उनका ताल्लुक़ है वो कोई और पुलिस स्टेशन था। लेकिन फैसलाबाद पुलिस ने, थाना फैक्ट्री एरिया पुलिस ने ये साबित किया कि चाहे मुल्ज़िम जितना भी शातिर हो, जितना भी चालाक क्यों ना हो, कितना भी उसने परफेक्ट क्राइम क्यों ना किया हो, एक छोटी सी गलती फैसलाबाद पुलिस को उन तक ज़रूर पहुंचा देती है और आज मुल्ज़िमान पुलिस के शिकंजे में। नाज़रीन इकराम, आज का प्रोग्राम आपने देखा और जाना है कि कैसे एक सरकटी लाश पुलिस को मिलती है जिसके फिंगरप्रिंट से भी उसकी शनाख्त नहीं हो पाती। थाना फैक्ट्री एरिया पुलिस इस चैलेंज को एक्सेप्ट करती है और इस केस को सनसनीखेज़ अंदाज में ट्रेस आउट करती है। 20 दिन के अरसा में नाज़रीन इकराम इस केस को मुकम्मल कर लिया जाता है और जावेद के कातिल तमाम शवाहिद समेत गिरफ़्तार हो जाते हैं। मुल्ज़िमान पुलिस की हिरासत में हैं, उनके खिलाफ मजबूत केस भी तैयार है, उन्हें सज़ा भी दिलवा दी जाएगी। लेकिन मामला ये है, सवाल ये है कि हम अपने मुआशरती रवैयों में क्यों दरिंदगी पर उतर आते हैं, क्यों हम ज़रा सी बात पे लालच के हाथों ब्लैकमेल होकर इंसानी जाने लेना अपना वतीरा बना लेते हैं। शोएब अल्ताफ़ को टीम मुजरिम कौन के साथ दीजिए इजाज़त। अल्लाह हाफ़िज़।